ਤੁਸੀਂ ਬਾਦਲ ਸ਼ਬਦ ਜ਼ਿੰਦਗੀ 'ਚ ਕਦੋਂ ਸੁਣਿਆ? ਫਿਰ ਖਾਸ ਤੌਰ ਤੇ ਜਦੋਂ ਆਪਰੇਸ਼ਨ ਬਲੂ ਸਟਾਰ ਜਰਨਲਿਸਟ ਦੇ ਤੌਰ ਦੇ ਉੱਤੇ ਇਹਨਾਂ ਨੂੰ ਮਿਲਦਾ ਰਹਿੰਦਾ ਸੀਗਾ। ਕਿਵੇਂ ਦੇਖਦੇ ਹੋ ਉਹਨਾਂ ਦੀ ਸ਼ਖਸੀਅਤ ਨੂੰ, ਰਾਜਨੀਤਿਕ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ? ਜਿੱਥੇ ਵੀ ਬਾਦਲ ਸਾਹਿਬ ਹੁੰਦੇ ਸੀ ਨਾ, ਉਹਨਾਂ ਦੇ ਇਰਦ ਗਿਰਦ ਉਹਨਾਂ ਦੀ ਸ਼ਖਸੀਅਤ ਕਰਕੇ ਇੱਕ ਠਹਿਰਾਓ ਵਾਲਾ, ਸਹਿਜ ਵਾਲਾ ਮਾਹੌਲ ਹੁੰਦਾ ਸੀ। ਕੋਈ ਤਲਖੀ ਜ਼ਿੰਦਗੀ 'ਚ ਆਈ ਹੋਵੇ? ਗੁੱਸਾ ਔਰ ਇਰੀਟੇਸ਼ਨ ਜਾਂ ਤਲਖੀ ਉਹ ਉਹਨਾਂ ਦੇ ਕਿਸੇ ਨੇ ਵੀ ਨਹੀਂ ਦੇਖੀ ਹੋਏਗੀ। ਇੰਨੇ ਲੰਬੇ ਅਰਸੇ ਦੇ ਵਿੱਚ ਲੱਖਾਂ ਕਰੋੜਾਂ ਬੰਦਿਆਂ ਨੂੰ ਉਹ ਮਿਲੇ ਆ, ਕਿਸੇ ਨੇ ਵੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਦੇਖਿਆ। ਚੀਜ਼ਾਂ ਜਿਹੜੀਆਂ ਨੇ ਮਨ ਦੇ ਵਿੱਚ ਹੋਣ, ਉਹ ਗੱਲਾਂ ਅਧੂਰੀਆਂ ਰਹਿ ਗਈਆਂ ਹੁਣ ਜ਼ਿੰਦਗੀ ਦੇ ਵਿੱਚ, ਉਹ ਪੂਰੀਆਂ ਕਰ ਨਹੀਂ ਸਕੇ। ਜੇ ਬਾਦਲ ਸਾਹਿਬ ਨੂੰ ਆਪਾਂ ਸਵਾਲ ਕਰਦੇ, ਉਹਨਾਂ ਨੇ ਤਾਂ ਇਹ ਕਹਿਣਾ ਸੀਗਾ ਕਿ ਰਹਿ ਹੀ ਬਹੁਤ ਕੁਛ ਗਿਆ। ਅਫਸਰਸ਼ਾਹੀ ਦੇ ਪ੍ਰੈਸ਼ਰ ਦੇ ਹੇਠ ਫੈਸਲੇ ਲਏ ਹੋਣ, ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ, ਲੋਕਾਂ ਦੀਆਂ ਆਸਾਂ ਦਾ ਪ੍ਰੈਸ਼ਰ, ਉਹ ਤਾਂ ਇੱਕ ਅਲੱਗ ਚੀਜ਼ ਆ, ਉਹ ਤਾਂ ਹੁੰਦਾ ਹੀ ਹੈ, ਇਹਨਾਂ ਤੇ ਹੁੰਦਾ ਹਮੇਸ਼ਾ ਰਿਹਾ। ਲੇਕਿਨ ਇਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਇਹਨਾਂ ਤੇ ਕੋਈ ਪਾ ਸਕਿਆ ਹੋਵੇ, ਇਹ ਤਾਂ ਉਹਨਾਂ ਦਾ ਕੱਦ ਹੀ ਐਡਾ ਉੱਚਾ ਸੀਗਾ। ਇੱਕ ਤਰ੍ਹਾਂ ਨਾਲ ਬਦਨਾਮ ਪੂਰਾ ਸ਼ਬਦ ਹੋ ਗਿਆ ਸੀ ਬਾਦਲ ਸ਼ਬਦ। ਉਸ ਸਮੇਂ ਬਾਦਲ ਸਾਹਿਬ ਦੇ ਹਾਲਾਤ ਕੀ ਸੀ? ਇਹਨਾਂ ਬਾਰੇ ਇਹ ਪ੍ਰਭਾਵ ਰਿਹਾ ਕਿ ਇਹ ਪੰਥਕ ਸਿਆਸਤ ਕਰਦੇ ਆ, ਕਿਉਂਕਿ ਇਹ ਬਹੁਤ ਸੋਚਿਆ ਸਮਝਿਆ ਕਿ ਬੇਅਦਬੀ ਕਰਵਾਓ ਔਰ ਇਹਨਾਂ ਦੇ ਗਲ ਪਾਓ, ਤਾਂ ਕਿ ਜਿਹੜਾ ਇਹਨਾਂ ਦਾ ਪੰਥਕ ਇਮੇਜ ਆ, ਲੋਕੀ ਕਹਿਣ ਵੀ ਯਾਰ ਨਹੀਂ ਯਾਰ ਇਹ ਪੰਥਕ ਨਹੀਂ ਗਏ। ਟੌੜਾ ਸਾਹਿਬ ਨੂੰ ਉੱਪਰ ਨਹੀਂ ਉੱਠਣ ਦਿੱਤਾ ਬਾਦਲ ਨੇ ਸਿਆਸਤ ਦੇ ਵਿੱਚ। ਮੇਰਾ ਖਿਆਲ ਜਿਹੜੇ ਬੰਦੇ ਇਹ ਗੱਲ ਕਹਿੰਦੇ ਨੇ ਉਹ ਟੌੜਾ ਸਾਹਿਬ ਦੇ ਨਾਲ ਜ਼ਿਆਦਤੀ ਕਰ ਰਹੇ ਆ। ਟੌੜਾ ਸਾਹਿਬ ਜਿਸ ਫੀਲਡ 'ਚ ਸੀਗੇ, ਉਹ ਜਿਸ ਸਥਾਨ ਤੇ ਪਹੁੰਚੇ, ਉਸ ਸਥਾਨ ਤੇ ਪਹੁੰਚਣਾ ਵੀ ਸੌਖਾ ਨਹੀਂ ਹੈ। ਕਦੇ ਕੋਈ ਇੱਦਾਂ ਦਾ ਮੁੱਖ ਮੰਤਰੀ ਆਇਆ ਹੋਵੇ ਜਿਹਨੂੰ ਕਿ ਕਦੇ ਪ੍ਰਾਈਮ ਮਿਨਿਸਟਰ ਸਾਹਿਬਾਨ ਜਿਹੜੇ ਨੇ ਉਹ ਵੀ ਉਹਨਾਂ ਦੇ ਝੁੱਕ ਕੇ ਪੈਰੀਂ ਹੱਥ ਲਾਉਂਦੇ ਹੋਣ ਜਾਂ ਝੁੱਕ ਕੇ ਉਹਨਾਂ ਤੋਂ ਸਲਾਹ ਲੈਂਦੇ ਹੋਣ। ਬਾਦਲ ਸਾਹਿਬ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਪੋਲੀਟੀਕਲ ਫਾਈਟ ਨੂੰ ਕਦੇ ਵੀ ਨਿੱਜੀ ਛੋਟੇਪਣ 'ਚ ਨਹੀਂ ਲਿਆਂਦਾ। ਸਤਿ ਸ਼੍ਰੀ ਅਕਾਲ ਜੀ, ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਮੈਂ ਜਗਜੀਤ ਸਿੰਘ ਪੰਜੋਲੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਇੱਕ ਸਦੀ ਦਾ ਅੰਤ ਹੋ ਗਿਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸਿਆਸਤ ਦੇ ਵਿੱਚ ਵੱਡਾ ਤਜਰਬਾ ਰਿਹਾ। ਉਹਨਾਂ ਨੇ ਧਰਮ ਯੁੱਧ ਮੋਰਚਾ, ਪੰਜਾਬੀ ਮੋਰਚਾ, ਐਮਰਜੈਂਸੀ, 1984 ਦਾ ਜਿਹੜਾ ਕਤਲੇਆਮ, ਤਮਾਮ ਮੁੱਦੇ ਜਿਹੜੇ ਨੇ ਉਹਨਾਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜੁੜੇ ਰਹੇ। ਸੋ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਸਿਆਸਤ ਦੇ ਵਿੱਚ ਸਰਗਰਮ ਸੀ, ਜਦੋਂ ਬੋਲਦੇ ਸੀ ਤਾਂ ਅਖਬਾਰਾਂ ਦੀਆਂ ਸੁਰਖੀਆਂ ਬਣਨੀਆਂ ਹੀ ਸੀ, ਪਰ ਜਦੋਂ ਚੁੱਪ ਰਹਿੰਦੇ ਸੀ ਤਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਸੀ। ਸੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸ਼ਖਸੀਅਤ ਦੇ ਬਾਰੇ ਅੱਜ ਦੀ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ। ਉਹਨਾਂ ਦੀ ਇੰਟਰਵਿਊ ਜਿਹੜੀ ਹੈ, ਇਸ ਗੱਲਬਾਤ ਦੇ ਵਿੱਚ ਸਾਡਾ ਮਨੋਰਥ ਇਹ ਹੈਗਾ ਕਿ ਉਹਨਾਂ ਦੀ ਸ਼ਖਸੀਅਤ ਬਾਰੇ ਗੱਲਬਾਤ ਹੋਵੇ। ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਤੋਂ ਹੀ ਜਾਣਿਆ ਜਾ ਸਕਦਾ ਹੈ ਜਿਹੜੇ ਲੰਮਾ ਸਮਾਂ ਉਹਨਾਂ ਦੇ ਨਾਲ ਰਹੇ ਹੋਣ। ਸੋ ਅੱਜ ਇੰਟਰਵਿਊ ਦੇ ਵਿੱਚ ਹਰਚਰਨ ਬੈਂਸ ਹੋਰੀ ਸਾਡੇ ਨਾਲ ਰਹਿਣਗੇ, ਕਿਉਂਕਿ ਹਰਚਰਨ ਬੈਂਸ ਜਿਹੜੇ ਨੇ ਉਹਨਾਂ ਦੇ ਲੰਮਾ ਸਮਾਂ ਸਲਾਹਕਾਰ ਰਹੇ ਹੈ, ਅਤੇ ਜੇ ਮੈਂ ਕਹਾਂ ਇੱਕ ਪਰਛਾਇਆ ਬਣ ਕੇ ਉਹਨਾਂ ਦੇ ਨਾਲ ਰਹੇ ਹੈ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਊਗੀ। ਤਾਂ ਬੈਂਸ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਦਾ ਅਨਮਿਊਟ 'ਤੇ ਸਵਾਗਤ ਹੈ। ਬਹੁਤ ਮਿਹਰਬਾਨੀ। ਪਹਿਲਾ ਸਵਾਲ ਹੀ ਮੇਰਾ ਇਹ ਹੈ ਕਿ ਤੁਸੀਂ ਬਾਦਲ ਸ਼ਬਦ ਜ਼ਿੰਦਗੀ 'ਚ ਕਦੋਂ ਸੁਣਿਆ? ਭਾਈ ਸ਼ਮਿੰਦਰ ਸਿੰਘ ਹੁੰਦੇ ਸੀ ਬਾਦਲ ਸਾਹਿਬ ਦੇ ਨਾਲ। ਇਹ ਕੋਈ ਲੇਟ 80s ਦੀ, ਲੇਟ 70s ਦੀ ਗੱਲ ਕਰ ਰਿਹਾ, ਅਰਲੀ 80s ਦੀ, 80-81 ਦੇ ਨੇੜੇ ਦੇ ਵੀ ਜੀ। ਤਾਂ ਉਹ ਲੁਧਿਆਣੇ, ਮੈਂ ਉਹਨਾਂ ਦਿਨਾਂ 'ਚ ਅਖਬਾਰਾਂ 'ਚ ਲਿਖਦਾ ਹੁੰਦਾ ਸੀ, ਅਤੇ ਉਹ ਲੁਧਿਆਣੇ ਉਹਨਾਂ ਨੇ ਮੇਰੀ ਮੁਲਾਕਾਤ ਬਾਦਲ ਸਾਹਿਬ ਨਾਲ ਕਰਾਈ ਸੀ। ਇਹ ਕਹਿ ਕੇ ਕਰਾਈ ਸੀ ਕਿ ਬਾਦਲ ਸਾਹਿਬ ਨੇ ਤੁਹਾਡੇ 2-3 ਆਰਟੀਕਲ ਦੇਖੇ ਹੈ, ਦਿਖਾਏ। ਉਹ ਕਹਿੰਦੇ ਸੀ ਅਸੀਂ ਦਿਖਾਏ ਆ, ਅਤੇ ਉਹ ਬਾਦਲ ਸਾਹਿਬ ਕਹਿੰਦੇ ਕਿ ਉਹ ਸੋਚਦੇ ਸੀ ਕਿ ਮੇਰੇ ਆਰਟੀਕਲ ਦੇਖ ਕੇ ਉਹਨਾਂ ਨੇ ਸਮਝਿਆ ਸੀਗਾ ਕਿ ਕੋਈ ਵੱਡੀ ਉਮਰ ਦਾ, ਮਤਲਬ ਕੋਈ ਸੀਨੀਅਰ ਬੰਦਾ ਹੈ ਕੋਈ, ਲੇਕਿਨ ਉਸ ਵੇਲੇ ਮੇਰੀ ਉਮਰ ਬਹੁਤ ਛੋਟੀ ਸੀਗੀ। ਤਾਂ ਜਦੋਂ ਮੈਂ ਉਹਨਾਂ ਨੂੰ ਮਿਲਿਆ ਤਾਂ ਉਹ ਇਸ ਤਰ੍ਹਾਂ ਇੱਕ ਤਰ੍ਹਾਂ ਹੈਰਾਨ ਵੀ ਹੋਏ ਕਿ ਵੀ ਉਹ ਤਾਂ ਯੰਗ ਜਿਹਾ ਮੁੰਡਾ ਲੱਗਦਾ ਸੀ ਵੀ ਉਸ ਵੇਲੇ। ਤਾਂ ਉਹ ਉਸ ਤੋਂ ਬਾਅਦ ਫਿਰ ਉਹ ਹੌਲੀ ਹੌਲੀ ਮਿਲਣਾ ਸ਼ੁਰੂ ਹੋ ਗਿਆ, ਅਤੇ
ਉੱਥੋਂ ਫਿਰ ਹੌਲੀ ਹੌਲੀ ਫਿਰ ਖਾਸ ਤੌਰ 'ਤੇ ਜਦੋਂ ਆਪਰੇਸ਼ਨ ਬਲੂ ਸਟਾਰ ਦਾ ਸਮਾਂ ਆਇਆ ਅਤੇ ਉਹ ਬੜਾ ਦਰਦਨਾਕ ਸਮਾਂ ਸੀ ਔਰ ਅਕਾਲੀ ਦਲ ਦੇ ਉੱਤੇ ਵੀ ਬਹੁਤ ਭੀੜ ਸੀ। ਖਾਲਸਾ ਪੰਥ ਦੇ ਉੱਤੇ ਜਿਹੜੀ ਭੀੜ ਆ ਉਹੀ ਅਕਾਲੀ ਦਲ ਦੀ ਭੀੜ ਸੀ। ਉਹ ਉਸ ਤੋਂ ਬਾਅਦ ਫਿਰ ਥੋੜ੍ਹਾ ਜ਼ਿਆਦਾ ਐਕਟਿਵਲੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਵੈਸੇ ਸੰਤ ਲੌਂਗੋਵਾਲ ਜੀ ਨਾਲ ਜਦੋਂ ਧਰਮਯੁੱਧ ਮੋਰਚਾ ਲੱਗਾ, ਸੰਤ ਭਿੰਡਰਾਂਵਾਲੇ ਉੱਥੇ ਸੀਗੇ, ਉਸ ਵੇਲੇ ਤੋਂ ਮੈਂ ਥੋੜ੍ਹਾ ਜ਼ਿਆਦਾ ਜਰਨਲਿਸਟ ਦੇ ਤੌਰ ਦੇ ਉੱਤੇ ਇਹਨਾਂ ਨੂੰ ਮਿਲਦਾ ਰਹਿੰਦਾ ਸੀਗਾ। ਤਾਂ ਉੱਥੋਂ ਸ਼ੁਰੂਆਤ ਜੀ ਹੋਈ। ਸੋ ਬਾਦਲ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਸਿਆਸਤ ਦੇ ਵਿੱਚ ਬਹੁਤ ਵੱਡਾ, ਜਿਵੇਂ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ, ਦੁਨੀਆ ਵਿੱਚ ਬਾਦਲ ਸਾਹਿਬ ਦੀ ਗੱਲ ਹੋਈ ਹੈ, ਉਹਨਾਂ ਦੀ ਹਲੀਮੀ ਦੀ ਗੱਲ ਹੋਈ ਹੈ। ਜਿਵੇਂ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹਨਾਂ ਨੇ ਵੀ ਇੱਕ ਆਰਟੀਕਲ ਲਿਖਿਆ। ਸੋ ਤੁਹਾਨੂੰ ਕੀ ਲੱਗਦਾ ਜਿਹੜੀ ਬਾਦਲ ਸਾਹਿਬ ਦੀ ਸ਼ਖਸੀਅਤ ਕੀ ਸੀ ਅਤੇ ਕਿਵੇਂ ਦੇਖਦੇ ਹੋ ਉਹਨਾਂ ਦੀ ਸ਼ਖਸੀਅਤ ਨੂੰ, ਰਾਜਨੀਤਿਕ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੇਰੀ ਕਸ਼ਿਸ਼ ਉਹਨਾਂ ਵੱਲ ਨੂੰ ਸੀ, ਬਾਦਲ ਸਾਹਿਬ ਵੱਲ ਨੂੰ ਜੀ। ਉਹ ਰਾਜਨੀਤਿਕ ਨੇਚਰ ਦੀ ਘੱਟ ਸੀ, ਕਿਉਂਕਿ ਨਾ ਤਾਂ ਮੇਰਾ ਸਿੱਧਾ ਤੌਰ 'ਤੇ ਮੈਂ ਰਾਜਨੀਤਿਕ ਲਾਈਫ ਵਿੱਚ ਆਪ ਇਨਵੋਲਵਡ ਹਾਂ ਅਤੇ ਨਾ ਹੀ ਮੈਂ ਕਦੇ ਮੇਰਾ ਕੋਈ ਦਿਲਚਸਪੀ ਰਹੀ ਹੈ। ਲੇਕਿਨ ਮੈਨੂੰ ਇੰਨਾ ਜ਼ਰੂਰ ਰਿਹਾ ਸੀ ਕਿ ਜਿਹੜੀ ਇਹਨਾਂ ਦੀ ਸ਼ਖਸੀਅਤ ਹੈ ਬਾਦਲ ਸਾਹਿਬ ਦੀ, ਉਹ ਇੱਕ ਖਾਸ ਤਰੀਕੇ ਦਾ ਜਿਹੜਾ ਹੈਗਾ ਇੰਪੈਕਟ ਛੱਡਦੀ ਹੈ ਆਪਣੇ ਯੁੱਗ ਦੇ ਉੱਤੇ ਵੀ, ਆਪਣੀਆਂ ਸਰਾਊਂਡਿੰਗਸ ਉੱਤੇ ਵੀ, ਆਪਣੇ ਈਵੈਂਟਸ ਉੱਤੇ ਵੀ, ਔਰ ਜਿਹੜੇ ਡਿਸੀਜ਼ਨਸ ਵੀ ਉਸ ਵੇਲੇ ਲਏ ਜਾਂਦੇ ਆ ਪਾਰਟੀ ਵੱਲੋਂ ਵੀ ਜਾਂ ਸਰਕਾਰ ਵੱਲੋਂ ਵੀ, ਉਹਦੇ ਵਿੱਚ ਬਾਦਲ ਸਾਹਿਬ ਦੀ ਸ਼ਖਸੀਅਤ ਦੀ ਖਾਸ ਖੁਸ਼ਬੂ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਅਤੇ ਮੈਨੂੰ ਉਹਦੇ ਵੱਲ ਨੂੰ ਮੇਰੀ ਖਿੱਚ ਜਿਹੜੀ ਸੀ ਉਹ ਸੀ। ਤਾਂ ਮੈਂ ਕਹਿ ਸਕਦਾ ਕਿ ਮੇਰਾ ਜਿਹੜਾ ਬਾਦਲ ਸਾਹਿਬ ਨਾਲ ਰਿਸ਼ਤਾ ਸੀਗਾ ਉਹ ਬਹੁਤ ਹੀ ਜ਼ਿਆਦਾ ਭਾਵੁਕ ਔਰ ਨਿੱਜੀ ਕਿਸਮ ਦਾ ਸੀ ਜੀ। ਉਹ ਠੀਕ ਹੈ ਕਿ ਕਿਉਂਕਿ ਉਹ ਇੱਕ ਸਿਆਸਤਦਾਨ ਸੀਗੇ, ਇੱਕ ਸਟੇਟਸਮੈਨ ਸੀ, ਔਰ ਉਹਨਾਂ ਦਾ ਪਬਲਿਕ ਲਾਈਫ ਵਿੱਚ ਬੜਾ ਵੱਡਾ ਰੋਲ ਸੀ। ਅਤੇ ਉਹਦੇ ਵਿੱਚ ਜਿੱਥੇ ਵੀ ਇੱਕ ਸਾਡੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸੀਗੀ ਉਹ ਵੇਵ ਲੈਂਥ ਸਾਡੀ ਲਗਭਗ ਸੇਮ ਸੀ ਕਿ ਜਿਹੜੀ ਗੱਲ ਵੀ ਉਹਨਾਂ ਨੇ ਕਰਨੀ ਹੁੰਦੀ ਸੀ ਉਹ ਲਗਭਗ ਮੇਰੇ ਮਨ ਦੀ ਗੱਲ ਵੀ ਉਹੀ ਹੁੰਦੀ ਸੀ ਜਿਹੜੀ ਉਹਨਾਂ ਦੇ ਜਿਸ ਤਰ੍ਹਾਂ ਉਹ ਚਾਹੁੰਦੇ ਹੁੰਦੇ ਸੀ ਜੀ। ਉਹਦੀ ਖਾਸ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਬਾਦਲ ਸਾਹਿਬ ਦਾ, ਉਹਨਾਂ ਦਾ ਜਿੱਥੇ ਵੀ ਬਾਦਲ ਸਾਹਿਬ ਹੁੰਦੇ ਸੀ ਨਾ, ਉਹਨਾਂ ਦੇ ਇਰਦ ਗਿਰਦ ਉਹਨਾਂ ਦੀ ਸ਼ਖਸੀਅਤ ਕਰਕੇ ਇੱਕ ਠਹਿਰਾਓ ਵਾਲਾ, ਸਹਿਜ ਵਾਲਾ ਮਾਹੌਲ ਹੁੰਦਾ ਸੀ ਜੀ। ਇਸ ਤਰ੍ਹਾਂ ਕਦੇ ਨਹੀਂ ਸੀ ਹੁੰਦਾ ਕਿ ਜਲਦਬਾਜ਼ੀ ਜਾਂ ਕੋਈ ਗੁੱਸਾ ਗਿਲਾ ਜਾਂ ਕੋਈ ਇਰੀਟੇਸ਼ਨ ਜਾਂ ਕੋਈ ਇਸ ਤਰ੍ਹਾਂ ਦੀ ਅਗਰੈਸ਼ਨ, ਨੀਡਲੈਸ ਅਗਰੈਸ਼ਨ ਜਾਂ ਇੱਦਾਂ ਦੀ ਗੱਲਾਂ। ਬਿਲਕੁਲ ਸਹਿਜ, ਠਹਿਰਾਓ, ਨਿਮਰਤਾ, ਹਲੀਮੀ, ਮਿਠਾਸ, ਜਿਸ ਤਰ੍ਹਾਂ ਗੁਰੂ ਸਾਹਿਬ ਦਾ ਸ਼ਬਦ ਹੈ ਕਿ ਨਿਵਣ ਸੋ ਅੱਖਰ ਖਵਣ ਗੁਣ ਜੀ, ਜੀਵਾ ਮਣੀਆਂ ਮੰਥ ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੇ ਕੰਧ। ਤਾਂ ਮੈਂ ਸਮਝਦਾ ਜਿਹੜਾ ਖਵਣ ਦਾ ਗੁਣ ਵੀ ਖਾਸ ਤੌਰ 'ਤੇ ਕਿ ਦੂਜੇ ਦੀ ਜਿਹੜੀ ਗੱਲ ਹੈ ਉਹ ਤੋਂ ਵੱਡਾਪਣ ਦਿਖਾ ਕੇ ਆਪਣੇ ਆਪ ਨੂੰ ਬਾਹਰ ਕੱਢ ਕੇ ਉੱਥੇ ਉਹਨੂੰ ਛੱਡ ਦੇਣਾ, ਨਜ਼ਰ ਅੰਦਾਜ਼ ਕਰ ਦੇਣਾ, ਮਾਫ ਕਰ ਦੇਣਾ ਕਹਿ ਲਓ। ਅਤੇ ਜ਼ੁਬਾਨ ਦਾ ਜਿਹੜਾ ਹੈਗਾ ਸ਼ਹਿਦ ਵਰਗੀ ਉਹਨਾਂ ਦੀ ਇੱਕ ਆਵਾਜ਼ ਦੇ ਵਿੱਚ ਵੀ ਅਤੇ ਉਹਨਾਂ ਦੇ ਸ਼ਬਦਾਂ ਵਿੱਚ ਵੀ ਗੱਲ ਸੀ। ਕਦੇ ਉਹਨਾਂ ਨੂੰ ਕਿਸੇ ਵੀ ਉਹਨਾਂ ਦੇ ਅਪੋਨੈਂਟ ਨੇ ਗੁੱਸੇ ਨਹੀਂ ਦੇਖਿਆ ਹੋਏਗਾ ਜਾਂ ਇਸ ਤਰ੍ਹਾਂ ਨਹੀਂ ਦੇਖਿਆ ਹੋਏਗਾ ਕਿ ਬਾਦਲ ਸਾਹਿਬ ਜਿਹੜੇ ਨੇ ਉਹ ਆਪਣੇ ਆਪ ਵੱਲੋਂ ਵੱਡੇ ਰੂਪ ਦੇ ਮਤਲਬ ਵੱਡਾ ਹੋਣ ਦਾ ਅਹਿਸਾਸ ਦੇ ਰਹੇ ਨੇ। ਬੱਚਾ ਹੋਵੇ, ਕੋਈ ਸਕੂਲ ਦਾ ਲੜਕਾ ਹੋਵੇ, ਲੜਕੀ ਹੋਵੇ, ਕੋਈ ਬੀਬੀ ਬਜ਼ੁਰਗ ਹੋਵੇ, ਕੋਈ ਹੋਵੇ, ਬਾਦਲ ਸਾਹਿਬ ਦਾ ਹਰੇਕ ਨੂੰ ਹੀ ਇੱਦਾਂ ਇੱਕ ਅਹਿਸਾਸ ਹਰੇਕ ਮਹਿਸੂਸ ਕਰਦਾ ਸੀ ਉਹਨਾਂ ਦੀ ਸ਼ਖਸੀਅਤ ਦਾ ਕਿ ਨਿਮਰਤਾ ਦੇ ਨਾਲ ਜਿਵੇਂ ਜਿਹਨੂੰ ਉਹ ਗੱਲ ਕਰ ਰਹੇ ਹੁੰਦੇ ਸੀ ਉਹ ਵੱਡਾ ਲੱਗਦਾ ਸੀ ਹਮੇਸ਼ਾ ਹੀ। ਮਤਲਬ ਉਹਨਾਂ ਦੀ ਗੱਲਬਾਤ 'ਚ ਇੱਦਾਂ ਹੁੰਦਾ ਸੀ। ਹਾਲਾਂਕਿ ਉਹਨਾਂ ਦਾ ਇੱਕ ਤਾਂ ਇਹ ਸੀ ਕਿ ਉਹਨਾਂ ਦਾ ਵੈਰੀ ਟਾਲ ਐਂਡ ਟਾਵਰਿੰਗ ਸਟੇਚਰ, ਬਰੂਡਿੰਗ ਐਲੀਗੈਂਸ ਜੀ। ਉਸ ਤਰ੍ਹਾਂ ਦਾ ਬੰਦਾ ਜਦੋਂ ਝੁੱਕ ਕੇ ਹੱਥ ਜੋੜ ਕੇ ਮਿੱਠਤ ਵਾਲੀ ਨੀਵੀਂ ਆਵਾਜ਼ 'ਚ ਗੱਲ ਕਰਦਾ, ਹੌਲੀ ਧੀਮੀ ਆਵਾਜ਼ 'ਚ ਗੱਲ ਕਰਦਾ, ਔਰ ਜਿਹੜਾ ਸਾਹਮਣੇ ਬੰਦਾ ਖੜਾ ਉਹਦੀ ਸ਼ਖਸੀਅਤ ਦੇ ਮੁਤਾਬਕ ਗੱਲ ਕਰਦਾ, ਉਹਦੇ ਰਿਗਾਰਡ ਦੇ ਕੇ ਉਸ ਗੱਲ ਨੂੰ ਫਿਰ ਗੱਲ ਕਰਦਾ, ਅਤੇ ਉਹਦਾ ਇੱਕ ਖਾਸ ਤਰ੍ਹਾਂ ਦਾ ਇੰਪੈਕਟ ਛੱਡਦੇ ਸੀਗੇ। ਉਸੇ ਕਰਕੇ ਜਿਹੜਾ ਮਾਹੌਲ ਸੀ ਆਲੇ ਦੁਆਲੇ ਪੰਜਾਬ ਦਾ ਵੀ, ਉਹ ਕਿਉਂਕਿ ਜਿਸ ਥਾਂ 'ਤੇ ਉਹ ਮੁਕਾਮ 'ਤੇ ਉਹ ਆਪਣੇ ਆਪ ਨੂੰ ਲੈ ਸੀ, ਅਤੇ ਉਹ ਸ਼ਖਸੀਅਤ ਨੇ ਜਿਹੜਾ ਮਾਹੌਲ ਸੀ ਪੰਜਾਬ ਦਾ ਉਹਦੇ 'ਤੇ ਵੀ ਉਹੀ ਅਸਰ ਛੱਡਿਆ ਕਿ ਠਹਿਰਾਓ ਦਾ, ਸਹਿਜ ਦਾ। ਅਤੇ ਇਸੇ ਕਰਕੇ ਜੇ ਆਪਾਂ ਦੇਖਦੇ ਹਾਂ ਜਿਹੜਾ ਉਹਨਾਂ ਦਾ ਸਮਾਂ ਹੈ 15 ਸਾਲ ਮੁੱਖ ਮੰਤਰੀ ਜਿਹੜੇ ਆਖਰੀ ਤੋਂ ਪਹਿਲਾਂ ਵੀ, ਅਤੇ ਉਹਦੇ 'ਚ ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਅਮਨ ਅਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਉਹਨਾਂ ਦੀ ਸ਼ਖਸੀਅਤ 'ਚੋਂ ਹੀ ਫਲੋ ਕਰ ਰਹੀ ਸੀਗੀ ਜੀ। ਡਿਸੀਜ਼ਨ ਤਾਂ ਜਿਹੜੇ ਸੀਗੇ, ਲੇਕਿਨ ਉਹ ਇੱਕ ਤਰ੍ਹਾਂ ਦੀ ਉਹਨਾਂ ਦੇ ਖੜਨ ਦੇ ਨਾਲ ਹੀ
ਇੱਕ ਤਰ੍ਹਾਂ ਦਾ ਅਮਨ ਔਰ ਸਹਿਜ ਔਰ ਠਹਿਰਾਓ ਵਾਲੀ ਗੱਲ ਜਿਹੜੀ ਮੈਂ ਕਹਿ ਰਿਹਾ ਉਹ ਹੁੰਦੀ ਸੀ। ਉਹਨੇ ਪੰਜਾਬ ਦੇ ਮਾਹੌਲ ਨੂੰ ਬਹੁਤ ਪ੍ਰਭਾਵਿਤ ਕੀਤਾ। ਹਲੀਮੀ ਤੇ ਠਹਿਰਾਅ ਵਾਲੀ ਗੱਲ ਤਾਂ ਆਮ ਸਾਰੇ ਪਾਸੇ ਚਰਚਾ ਹੋ ਰਹੀ ਹੈ ਉਸ ਗੱਲ ਦੀ, ਪਰ ਚੰਗੇ ਮਾੜੇ ਦੌਰ ਜਿਹੜੇ ਨੇ ਸਾਰੇ ਬਾਦਲ ਸਾਹਿਬ ਨੇ ਪਿੰਡੇ ਤੇ ਹੰਢਾਏ ਹੈ। ਕਦੇ ਤੁਹਾਨੂੰ ਲੱਗਿਆ ਵੀ ਤਲਖੀ 'ਚ ਆਏ ਹੁਣ, ਤੁਹਾਡੇ ਨਾਲ ਤਲਖੀ 'ਚ ਆਏ ਹੁਣ, ਕਿਉਂਕਿ ਰਾਬਤਾ ਤੁਹਾਡੇ ਨਾਲ ਹੀ ਜ਼ਿਆਦਾ ਰਹਿੰਦਾ ਸੀਗਾ, ਭਾਵੇਂ ਸੁਖਬੀਰ ਉਹਨਾਂ ਦਾ ਬੇਟਾ ਹੈ, ਸਿਆਸੀ ਤੌਰ 'ਤੇ ਕੋਈ ਵੀ ਸਲਾਹ ਮਸ਼ਵਰਾ ਤੁਹਾਡੇ ਨਾਲ ਰਹਿੰਦਾ ਸੀ, ਕੋਈ ਤਲਖੀ ਜ਼ਿੰਦਗੀ 'ਚ ਆਈ ਹੋਵੇ? ਦੇਖੋ, ਸਭ ਤੋਂ ਵੱਧ ਤਲਖੀ ਦੇ ਕਾਰਨ ਜੇ ਕਿਸੇ ਨੇ ਜ਼ਿੰਦਗੀ 'ਚ ਉਹਨਾਂ ਨੂੰ ਦਿੱਤੇ ਹੋਣਗੇ, ਬਾਦਲ ਸਾਹਿਬ ਨੂੰ ਗੁੱਸਾ ਆ ਸਕੇ ਜਾਂ ਤਲਖੀ ਹੋਵੇ ਜਾਂ ਉਹ ਡਿਸਸੈਟਿਸਫਾਈਡ, ਮੇਰੇ ਖਿਆਲ ਸਭ ਤੋਂ ਵੱਧ ਕਾਰਨ ਮੈਂ ਦਿੱਤੇ ਉਹਨਾਂ ਨੂੰ, ਕਿਉਂਕਿ ਜਿਸ ਤਰ੍ਹਾਂ ਮਤਲਬ ਮੇਰਾ ਇੱਕ ਆਪਣਾ ਸਟਾਈਲ ਹੈ, ਮਤਲਬ ਉਸ ਤਰ੍ਹਾਂ। ਲੇਕਿਨ ਮੇਰਾ ਉਹਨਾਂ ਨੂੰ ਕਦੇ ਵੀ ਜ਼ਿੰਦਗੀ 'ਚ, ਚਲੋ ਮਤਲਬ ਮੈਂ ਵੀ ਕਹਿ ਸਕਦਾ ਕਿ ਚਲੋ ਮੇਰਾ ਉਹਨਾਂ ਨਾਲ ਪਿਆਰ ਸੀ, ਇਸ ਤਰ੍ਹਾਂ ਉਹਨਾਂ ਦਾ ਵੀ ਮੇਰੇ ਉੱਤੇ ਥੋੜ੍ਹੀ ਬੱਚਾ ਸਮਝ ਕੇ ਗੱਲ ਕਰਦੇ ਸੀਗੇ, ਤਾਂ ਮੇਰੇ ਨਾਲ ਤਾਂ ਬਿਲਕੁਲ ਹੀ ਮੈਂ ਕਦੇ ਨਹੀਂ ਦੇਖਿਆ। ਲੇਕਿਨ ਜਿਹੜੀ ਮੈਂ ਵੱਡੀ ਗੱਲ ਕਰਦਾ, ਗੁੱਸਾ ਔਰ ਇਰੀਟੇਸ਼ਨ ਜਾਂ ਤਲਖੀ, ਉਹ ਉਹਨਾਂ ਦੇ ਕਿਸੇ ਨੇ ਵੀ ਨਹੀਂ ਦੇਖੀ ਹੋਏਗੀ। ਇੰਨੇ ਲੰਬੇ ਅਰਸੇ ਦੇ ਵਿੱਚ ਲੱਖਾਂ ਕਰੋੜਾਂ ਬੰਦਿਆਂ ਨੂੰ ਉਹ ਮਿਲੇ ਆ, ਕਿਸੇ ਨੇ ਵੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਦੇਖਿਆ। ਔਰ ਉਹਦੀ ਜਿਹੜੀ, ਬਲਕਿ ਮੈਂ ਇਹ ਕਹਿ ਸਕਦਾ ਕਿ ਜੇ ਹੁੰਦਾ ਸੀ ਕੁਛ ਜਿਹੜਾ ਕਿ ਗਲਤ ਹੋ ਜਾਏ ਜਾਂ ਲੱਗੇ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ, ਇਸ ਤਰ੍ਹਾਂ ਹੋਣਾ ਚਾਹੀਦਾ, ਕਿ ਵੱਡੀਆਂ ਵੱਡੀਆਂ ਸਮੱਸਿਆ ਵੀ ਆਉਂਦੀਆਂ, ਵੱਡੇ ਵੱਡੇ ਸੰਘਰਸ਼ ਆਏ ਉਹਨਾਂ 'ਤੇ, ਵੱਡੇ ਵੱਡੇ ਝੱਖੜ ਝੁੱਲੇ, ਉਦੋਂ ਤਲਖੀ ਕਦੇ ਨਹੀਂ ਆਈ। ਮਾਯੂਸੀ, ਉਦਾਸੀ ਦਾ ਕਈ ਵਾਰੀ ਹੁੰਦਾ ਸੀ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਸੀ, ਇੱਦਾਂ ਹੋਣਾ ਚਾਹੀਦਾ ਸੀ, ਅਤੇ ਉਹਨਾਂ ਦੇ ਚਿਹਰੇ ਦੇ ਉੱਤੇ ਕਈ ਵਾਰੀ ਉਦਾਸੀ ਦਾ ਝਲਕ ਆਉਂਦੀ ਸੀ, ਜਦੋਂ ਲੱਗਦਾ ਸੀ ਵੀ ਗੱਲ ਜਿਹੜੀ ਹੈ ਉਹ ਜਿਵੇਂ ਹੋਣੀ ਚਾਹੀਦੀ ਹੈ ਇਹ ਉਵੇਂ ਨਹੀਂ ਹੋਈ। ਮੈਂ ਤੁਹਾਨੂੰ ਕਈ ਉਦਾਹਰਨਾਂ ਦੇ ਸਕਦਾ, ਲੇਕਿਨ ਉਹ ਬਹੁਤ ਲੰਬੀ ਕਹਾਣੀ ਹੋ ਜਾਏਗੀ। ਲੇਕਿਨ ਮੈਂ ਇਰੀਟੇਸ਼ਨ ਕਦੇ ਨਹੀਂ ਹੋਈ, ਤਲਖੀ ਕਦੇ ਨਹੀਂ ਹੋਈ। ਉਦਾਸੀ ਕਈ ਵਾਰੀ ਮੈਂ ਦੇਖੀ ਉਹਨਾਂ ਦੇ, ਜਦੋਂ ਕੋਈ ਗੱਲ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਜਾਂ ਸਿੱਖ ਕੌਮ ਨਾਲ ਸੰਬੰਧਿਤ ਜਾਂ ਖਾਲਸਾ ਪੰਥ ਦੇ ਜਜ਼ਬਿਆਂ ਨਾਲ ਸੰਬੰਧਿਤ ਕੋਈ ਗੱਲ ਲੱਗਦਾ ਸੀ ਇਹ ਠੀਕ ਨਹੀਂ ਹੈ, ਅਤੇ ਉਹ ਉਦਾਸੀ ਉਹਨਾਂ ਦੇ ਵਿੱਚ ਮੈਂ ਦੇਖੀ ਕਈ ਵਾਰੀ। ਲੇਕਿਨ ਉਹ ਜਜ਼ਬ ਕਰ ਜਾਂਦੇ ਸੀ ਅੰਦਰ, ਸ਼ਬਦਾਂ ਵਿੱਚ ਨਹੀਂ ਸੀ ਲਿਆਉਂਦੇ। ਤੁਸੀਂ ਜੇ ਕੋਈ ਨੇੜੇ ਬੰਦਾ ਬਹੁਤ ਜ਼ਿਆਦਾ ਉਹਨਾਂ ਨੂੰ ਦੇਖਦਾ ਹਰ ਟਾਈਮ, ਉਹ ਉਹਨਾਂ ਦੇ ਚਿਹਰੇ ਦੇ ਪ੍ਰਭਾਵ 'ਤੇ ਪੜ ਸਕਦਾ ਸੀਗਾ। ਅਤੇ ਲੇਕਿਨ ਉਹ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਨਾਲ ਦੇ ਬੰਦੇ ਨੇ ਉਹਨੂੰ ਕੋਈ ਵੀ ਮਾਯੂਸੀ ਜਾਂ ਇਰੀਟੇਸ਼ਨ ਜਾਂ ਇੱਦਾਂ ਦੀ ਗੱਲ ਨਾ ਹੋਵੇ। ਤੁਹਾਨੂੰ ਲੱਗਿਆ, ਕਿਉਂਕਿ ਉਹਨਾਂ ਨੇ ਬੜੇ ਉਤਰਾਅ ਚੜਾਅ ਜਿਹੜੇ ਹੈ ਉਹ ਦੇਖੇ ਜ਼ਿੰਦਗੀ ਦੇ ਵਿੱਚ, ਤੁਹਾਨੂੰ ਲੱਗਦਾ ਵੀ ਕੋਈ ਚੀਜ਼ਾਂ ਜਿਹੜੀਆਂ ਨੇ ਮਨ ਦੇ ਵਿੱਚ ਹੋਣ, ਉਹ ਗੱਲਾਂ ਅਧੂਰੀਆਂ ਰਹਿ ਗਈਆਂ ਹੁਣ ਜ਼ਿੰਦਗੀ ਦੇ ਵਿੱਚ, ਉਹ ਪੂਰੀਆਂ ਕਰ ਨਹੀਂ ਸਕੇ? ਜੇ ਬਾਦਲ ਸਾਹਿਬ ਨੂੰ ਆਪਾਂ ਸਵਾਲ ਕਰਦੇ, ਉਹਨਾਂ ਨੇ ਤਾਂ ਇਹ ਕਹਿਣਾ ਸੀਗਾ ਕਿ ਰਹਿ ਹੀ ਬਹੁਤ ਕੁਛ ਗਿਆ, ਕਿਉਂਕਿ ਉਹਨਾਂ ਦਾ ਇੱਕ ਜਿਸ ਤਰ੍ਹਾਂ ਸਟਾਈਲ ਸੀਗਾ ਕੰਮ ਕਰਨ ਦਾ ਵੀ, ਫਿਰ ਉਹਨਾਂ ਦੇ ਟੀਚੇ ਆਪਣੇ ਵੱਡੇ ਰੱਖਦੇ ਸੀ, ਉਹ ਮਤਲਬ ਇਸ ਤਰ੍ਹਾਂ ਹੁੰਦਾ ਸੀ ਉਹਨਾਂ ਨੂੰ ਕਿ ਮੈਂ ਬਸ ਇਹ ਕੰਮ, ਕਿਉਂਕਿ ਪੈਸ਼ਨ ਨਾ ਕਰਦੇ ਸੀਗੇ। ਮਤਲਬ ਮੈਂ ਤੁਹਾਨੂੰ ਬਹੁਤ ਉਦਾਹਰਨਾਂ ਦੇ ਸਕਦਾ। ਫੋਰ ਐਗਜ਼ਾਮਪਲ, ਜਦੋਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਸੇਮ ਆਈ ਸੀ ਮੁਕਤਸਰ, ਫਰੀਦਕੋਟ, ਇਹ ਸਾਰੇ ਏਰੀਆਜ਼ ਦੇ ਵਿੱਚ, ਅਤੇ ਉਹ ਸਾਡੀ 97 ਦੀ ਸਰਕਾਰ ਉਸ ਵੇਲੇ, ਜਿਹੜੀ ਕਿ ਬਹੁਤ ਸਟਰੋਂਗ ਸਰਕਾਰ ਸੀਗੀ, ਮਤਲਬ 90-93 ਸੀਟਾਂ ਅਸੀਂ ਲੈ ਕੇ ਆਏ ਸੀਗੇ। ਅਤੇ ਉਹ ਛੇਤੀ, ਉਹ ਤੋਂ ਬਾਅਦ ਜਿਹੜਾ ਦੂਜਾ ਸੈਸ਼ਨ ਸੀ, ਦੂਜਾ ਮਤਲਬ ਜਿਹੜਾ ਸਾਲ ਸੀਗਾ, ਅਤੇ ਉਹ ਬਹੁਤ ਭਿਆਨਕ ਸੇਮ ਦਾ ਉਹ ਦੌਰ ਸੀਗਾ। ਲੋਕਾਂ ਦੇ ਘਰਾਂ 'ਚ ਪਾਣੀ ਚਲੇ ਗਏ ਸੀਗੇ, ਰਹਿਣਾ ਔਖਾ ਹੋ ਗਿਆ ਸੀ, ਪੀਣ ਨੂੰ ਪਾਣੀ ਨਹੀਂ ਮਿਲਦਾ ਸੀਗਾ, ਅਤੇ ਮਤਲਬ ਉਹ ਜਿਹੜਾ ਪਾਣੀ ਸੀ ਉਹ ਹੋਰ ਸੀ, ਲੇਕਿਨ ਅਦਰਵਾਈਜ਼ ਜਿਹੜਾ ਮਤਲਬ ਸਾਫ਼ ਪਾਣੀ ਨਹੀਂ ਸੀ ਮਿਲਦਾ। ਉਂਝ ਘਰਾਂ 'ਚ ਪਾਣੀ ਤੁਰਿਆ ਫਿਰਦਾ ਸੀ, ਜਿੱਦਾਂ ਉਹ ਕੋਲਡਰੇਜ ਦੀ ਲਾਈਨ ਹੈ, ਵਾਟਰ ਐਵਰੀਵੇਅਰ ਬਟ ਨਾਟ ਏ ਡਰੋਪ ਟੂ ਡਰਿੰਕ, ਇਸ ਤਰ੍ਹਾਂ ਸੀਗਾ। ਉਦੋਂ ਬਾਦਲ ਸਾਹਿਬ ਦਾ ਇੱਦਾਂ ਬਿਲਕੁਲ ਨਹੀਂ ਹੋਇਆ ਕਿ ਉਹ ਅਫਸਰਾਂ ਨੂੰ ਡਾਇਰੈਕਟ ਕਰ ਦੇਣ ਕਿ ਇੱਥੇ ਆਹ ਕਰੀਏ ਜੀ, ਉੱਥੇ ਆਹ ਕਰਾਓ ਜੀ। ਖੁਦ ਜਾ ਕੇ ਲੀਡ ਕਰਦੇ ਸੀ। ਇਹਦਾ ਤਰੀਕਾ ਵੀ ਇਹੀ ਸੀਗਾ, ਉਹ ਖੁਦ ਜਾ ਕੇ, ਤੁਸੀਂ ਸ਼ਾਇਦ ਫੋਟੋਆਂ ਵੀ ਮਿਲ ਜਾਣ, ਕਿ ਉਹ ਆਪਣੇ ਪੈਂਟ ਦੇ ਮਤਲਬ ਗੋਡਿਆਂ ਤੋਂ ਵੀ ਉੱਪਰ ਕਰਕੇ ਮਤਲਬ ਖੇਤਾਂ 'ਚ ਤੁਰ ਫਿਰ ਰਹੇ, ਲੋਕਾਂ ਦੇ ਨਾਲ, ਲੋਕਾਂ ਦੇ ਘਰਾਂ 'ਚ ਜਾ ਰਹੇ ਹੈ। ਇਹੀ ਉਹਨਾਂ ਦੀ ਐਕਚੁਅਲੀ ਨਾ, ਉਹਨਾਂ ਦੀ ਜ਼ਿੰਦਗੀ ਦਾ ਵੀ, ਔਰ ਉਹ ਜ਼ਿੰਦਗੀ ਦਾ ਜਿਹੜਾ ਸਟਾਈਲ ਸੀ ਉਹੀ ਉਹਨਾਂ ਦੀ ਸਿਆਸਤ ਦਾ ਸਟਾਈਲ ਬਣਿਆ, ਕਿ ਉਹ ਖੁਦ ਆਪ ਲੋਕਾਂ ਦੇ ਵਿੱਚ। ਦੇਖੋ, ਇੱਕ ਸ਼ਬਦ ਉਹਨਾਂ ਨੇ 97 ਦੇ ਵਿੱਚ ਉਹਨਾਂ ਨੇ ਇੰਟਰੋਡਿਊਸ ਕੀਤਾ ਆਪਣੀ ਪੋਲੀਟਿਕਸ ਨੂੰ, ਜਾਂ ਆਪਣੀ ਜਿਹੜੀ ਗਵਰਨੈਂਸ ਹੈ ਉਹਨੂੰ ਡਿਫਾਈਨ ਕਰਨ ਲਈ। ਤਾਂ ਉਹਨਾਂ ਨੇ ਇੱਕ ਉਹ ਪ੍ਰੋਗਰਾਮ ਵੀ ਚਲਾਇਆ, ਅਤੇ ਲੇਕਿਨ ਜਿਹੜੀ ਅਸਲੀ ਗੱਲ ਸੀ ਉਹਦੇ ਪਿੱਛੇ ਸੋਚ ਸੀ, ਉਹ ਸੀ ਸੰਗਤ ਦਰਸ਼ਨ। ਹੁਣ ਕਹਿਣ ਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਆਪਾਂ ਨਾ ਸੋਚੀਏ ਫਿਰ ਤਾਂ ਲੱਗਦਾ ਕਿ ਸ਼ਾਇਦ ਸੰਗਤ ਦਰਸ਼ਨ ਦਾ ਮਤਲਬ ਹੋਇਆ ਵੀ ਲੋਕਾਂ ਦਾ ਇਕੱਠ ਕਰਨਾ ਹੈ, ਅਤੇ ਉੱਥੇ ਜਾ ਕੇ। ਗੱਲ ਉਲਟ ਸੀਗੀ। ਗੱਲ ਇਹ ਸੀ ਕਿ ਬਾਦਲ ਸਾਹਿਬ ਦੇ ਜਿਹੜੀ ਮੇਰੀ ਉਹਨਾਂ ਨਾਲ ਉਦੋਂ ਗੱਲ ਹੋਈ, 96 'ਚ ਹੀ ਗੱਲ ਹੋ ਗਈ ਸੀ, ਇਹ ਜਿਹਨੇ ਸਰਕਾਰ ਜੇ ਬਣੀ ਵੀ ਨਹੀਂ ਸੀ, ਜਲੰਧਰ ਗੱਲ ਹੋਈ ਸੀ ਪਹਿਲੀ ਵਾਰੀ। ਅਤੇ ਉਹਨਾਂ ਨੇ ਮਤਲਬ ਮੈਨੂੰ ਕਿਹਾ ਸੀ ਕਿ ਜਿਹੜੇ ਅਕਸਰ ਕਹਿੰਦੇ ਵੀ, ਉਹ ਅਕਸਰ ਇੱਦਾਂ ਗੱਲ ਕਰ ਲੈਂਦੇ ਸੀਗੇ ਕਿ ਜੇ ਆਪਣਾ ਸਿਸਟਮ ਠੀਕ ਨਹੀਂ ਹੈ, ਇਹਨੂੰ ਠੀਕ ਕਰਨ ਦੀ ਲੋੜ ਹੈ। ਅਤੇ ਇੱਕ ਗੱਲ ਜਿਹੜੀ ਉਹ ਸਮਝਦੇ ਠੀਕ ਕਰਨ ਦੀ ਲੋੜ ਹੈ,
ਉਹ ਇਹ ਸਮਝਦੇ ਸੀ ਕਿ ਲੋਕੀ ਕਿਉਂ ਲੀਡਰਾਂ ਕੋਲੇ ਆਉਣ ਜਾਂ ਸਰਕਾਰ ਕੋਲੇ ਆਉਣ, ਸਰਕਾਰ ਕਿਉਂ ਨਾ ਜਾਵੇ। ਫਿਰ ਉਹਨਾਂ ਨੇ ਜਿਹੜਾ ਇਹ ਟਰਾਂਸਲੇਸ਼ਨ ਜਿਹੜੀ ਉਹਦੀ ਕੀਤੀ ਇੱਕ ਤਰ੍ਹਾਂ ਦੇ ਨਾਲ ਕੰਮ ਦੇ ਵਿੱਚ, ਇਲੈਕਸ਼ਨ ਦੇ ਵਿੱਚ, ਉਹ ਇਹ ਕੀਤੀ ਕਿ ਜਿਹੜਾ ਲੀਡਰ ਹੈ ਉਹ ਬਹੁਤ ਛੋਟਾ ਹੁੰਦਾ ਹੈ, ਜਿਹੜਾ ਸਰਕਾਰ ਆ ਉਹ ਬਹੁਤ ਛੋਟੀ ਹੁੰਦੀ ਹੈ, ਸੰਗਤ ਵੱਡੀ ਹੁੰਦੀ ਹੈ, ਸੰਗਤ ਵੱਡੀ, ਤੇ ਉਹ ਸੰਗਤ ਦੇ ਦਰਸ਼ਨ ਕਰਨ ਜਾਵੇ। ਸਿਰਫ ਸੰਗਤ ਨੂੰ ਮਿਲਣ ਵੀ ਨਹੀਂ, ਸੰਗਤ ਦੇ ਦਰਸ਼ਨ ਕਰਨ ਜਾਵੇ। ਇਹਦਾ ਮਤਲਬ ਹੋਇਆ ਕਿ ਤੁਸੀਂ ਸੰਗਤ ਦੇ ਕੋਲ, ਲੋਕਾਂ ਦੇ ਕੋਲ ਇੱਕ ਸ਼ਰਧਾਲੂ ਦੀ ਹਾਲਤ 'ਚ ਜਾਓ। ਤੇ ਇਹ ਜਿਹੜੀ ਗੱਲ ਸੀ ਕਿ ਤੁਸੀਂ ਇੰਸਟੈਡ ਕਿ ਲੋਕੀ ਤੁਹਾਡੇ ਕੋਲ ਆਉਣ, ਤਾਂ ਤੁਸੀਂ ਨਿਮ ਕੇ ਜਾਓ, ਸਿਰਫ ਜਾਓ ਹੀ ਨਹੀਂ, ਨਿਮ ਕੇ ਜਾਓ। ਤੋ ਜਿਹੜਾ ਸੰਗਤ ਦਰਸ਼ਨ ਜਿਹੜਾ ਵਰਡ ਸੀ ਨਾ, ਦਰਸ਼ਨ ਆਪਾਂ ਵੱਡੇ ਬੰਦੇ ਦਾ ਹੀ ਕਰਦੇ ਹਾਂ। ਤੋ ਜਿਹੜਾ ਬਾਲ ਸਾਹਿਬ ਦੇ ਮਨ ਸੀ ਵੀ ਜਨਤਾ ਹੀ ਵੱਡੀ ਹੁੰਦੀ ਹੈ, ਲੋਕ ਹੀ ਵੱਡੇ ਹੁੰਦੇ ਆ। ਤੋ ਉਹ ਇਹ ਕਨਸੈਪਟ ਉਹਨਾਂ ਦਾ ਜਿਹੜਾ ਸੀ, ਉਹ ਜ਼ਿੰਦਗੀ ਦੀ ਜਿਹੜੀ ਉਹਨਾਂ ਦੀ ਜ਼ਿੰਦਗੀ ਵੱਲ ਨੂੰ ਪਹੁੰਚ ਸੀ, ਉਹਨੂੰ ਸਮ ਅਪ ਕਰਦਾ ਸੀ। ਕਿਉਂਕਿ ਸਿਆਸਤਦਾਨ ਜਦੋਂ ਹੁੰਦੇ ਆ, ਸਿਆਸਤਦਾਨਾਂ ਤੇ ਕੋਈ ਸੱਤਾ ਦੇ ਵਿੱਚ ਹੁੰਦੇ ਆ, ਤਾਂ ਬਹੁਤ ਤਰ੍ਹਾਂ ਦਾ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਉਹਨਾਂ ਦੇ ਉੱਤੇ। ਤੁਹਾਨੂੰ ਲੱਗਦਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਸਿਆਸਤ ਦੇ ਦੌਰਾਨ, ਜਿਵੇਂ ਬਤੌਰ ਮੁੱਖ ਮੰਤਰੀ ਹੈ, ਕਿਸੇ ਸਿਆਸੀ ਪ੍ਰੈਸ਼ਰ ਦੇ ਹੇਠ ਜਾਂ ਅਫਸਰਸ਼ਾਹੀ ਦੇ ਪ੍ਰੈਸ਼ਰ ਦੇ ਹੇਠ ਫੈਸਲੇ ਲਏ ਹੋਣ? ਇੱਕ ਤਾਂ ਦੇਖੋ ਉਹਨਾਂ ਦਾ ਕੱਦ ਬਹੁਤ ਐਡਾ ਵੱਡਾ ਸੀ, ਅਕਾਲ ਪੁਰਖ ਦੀ ਕਿਰਪਾ ਨਾਲ ਉਹਨਾਂ ਨੂੰ ਪਰਮਾਤਮਾ ਨੇ ਇੰਨਾ ਸਥਾਨ ਦਿੱਤਾ ਸੀ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਨੂੰ ਕੋਈ ਪ੍ਰੈਸ਼ਰ ਕਰਨ ਬਾਰੇ ਇੱਦਾਂ ਸੋਚ ਨਹੀਂ ਸਕਦਾ ਸੀਗਾ। ਜਿਹਨੂੰ ਜਿਹੜਾ ਅੱਛਾ, ਦੂਜੀ ਉਹਨਾਂ ਦੀ ਸ਼ਖਸੀਅਤ ਇੰਨੀ ਮਿੱਠੀ ਸੀ ਕਿ ਜਿਹੜਾ ਕੰਮ ਹੋਣੇ ਵਾਲਾ ਜੀ, ਉਹ ਵੈਸੇ ਹੀ, ਮਤਲਬ ਮੈਂ ਬਹੁਤ ਵਾਰੀ ਦੇਖਿਆ, ਸਾਰੀ ਦੁਨੀਆ ਨੇ ਦੇਖਿਆ ਹੋਵੇਗਾ ਕਿ ਜਦੋਂ ਕੋਈ ਗੱਲ ਕਰ ਰਹੇ ਹੁੰਦੇ ਸੀ ਤੇ ਤੁਸੀਂ ਅਜੇ ਆਪਣੀ ਗੱਲ ਦਾ ਚੌਥਾ ਹਿੱਸਾ ਹੀ ਕਰਿਆ ਹੁੰਦਾ ਸੀ, ਤਾਂ ਉਹਨਾਂ ਦਾ ਇੱਕ ਫੇਵਰਿਟ ਸੈਂਟੈਂਸ ਸੀਗਾ, ਸਮਝ ਗਿਆ ਜੀ, ਮੈਂ ਸਮਝ ਗਿਆ ਜੀ, ਸਮਝ ਗਿਆ ਜੀ। 2-3 ਵਾਰੀ ਉਹ ਇੱਦਾਂ ਕਹਿੰਦੇ ਸੀਗੇ, ਮਤਲਬ ਸੀ ਕਿ ਮੈਂ ਹੁਣ ਹੀ ਕੰਮ ਕਰਨਾ ਇਹ। ਤਾਂ ਜਿਸ ਬੰਦੇ ਦੀ ਅਪਰੋਚ ਇਹ ਹੁੰਦੀ ਹੈ, ਤਾਂ ਉਹ ਇੱਦਾਂ ਦੀਆਂ ਸਿਚੁਏਸ਼ਨ ਦੇ ਬਹੁਤ ਘੱਟ ਆਉਂਦੀਆਂ ਕਿ ਉਹ ਪ੍ਰੈਸ਼ਰ ਕਿਸੇ, ਮਤਲਬ ਜਿਸ ਤਰ੍ਹਾਂ ਦਾ ਪ੍ਰੈਸ਼ਰ ਤੁਸੀਂ ਕਹਿ ਰਹੇ ਹੋ, ਜਿਹੜਾ ਹੈਗਾ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ, ਲੋਕਾਂ ਦੀਆਂ ਆਸਾਂ ਦਾ ਪ੍ਰੈਸ਼ਰ, ਉਹ ਤਾਂ ਇੱਕ ਅਲੱਗ ਚੀਜ਼ ਆ, ਉਹ ਤਾਂ ਹੁੰਦਾ ਹੀ ਹੈ, ਇਹਨਾਂ 'ਤੇ ਹੁੰਦਾ ਹਮੇਸ਼ਾ ਰਿਹਾ। ਲੇਕਿਨ ਇਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਇਹਨਾਂ 'ਤੇ ਕੋਈ ਪਾ ਸਕਿਆ ਹੋਵੇ, ਇਹ ਤਾਂ ਉਹਨਾਂ ਦਾ ਕੱਦ ਹੀ ਐਡਾ ਉੱਚਾ ਸੀਗਾ। ਜਦੋਂ ਤੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੋ ਕੇ ਜੇ ਆਪਾਂ ਗੱਲ ਕਰੀਏ ਸਿਆਸਤ ਦੀ, ਤਾਂ ਸਭ ਤੋਂ ਵੱਧ ਸਮਾਂ ਮੇਰਾ ਖਿਆਲ ਅਕਾਲੀ ਦਲ ਹੀ ਸੱਤਾ ਦੇ ਵਿੱਚ ਰਿਹਾ। ਅਤੇ ਅਕਾਲੀ ਦਲ ਸੱਤਾ ਦੇ ਵਿੱਚ ਰਹਿੰਦਿਆਂ ਹੋਇਆਂ, ਜਿਵੇਂ ਹੁਣ 2015 ਦੀਆਂ ਘਟਨਾਵਾਂ ਆ ਗਈਆਂ, ਬੇਅਦਬੀ ਵਾਲੀਆਂ ਆ ਗਈਆਂ, ਤਾਂ ਉਹਦੇ ਤੋਂ ਬਾਅਦ ਅਕਾਲੀ ਦਲ ਦਾ ਕਿਤੇ ਨਾ ਕਿਤੇ ਡਾਊਨਫਾਲ ਸ਼ੁਰੂ ਆ ਗਿਆ। ਇੱਕ ਬਾਦਲ ਸ਼ਬਦ ਹੈ ਜਿਹੜਾ, ਕਿਤੇ ਬਾਦਲ ਸ਼ਬਦ ਦੀ ਤੂਤੀ ਬੋਲਦੀ ਹੈ, ਉਹਦੇ ਤੋਂ ਬਾਅਦ ਬਾਦਲ ਨੂੰ ਬਹੁਤ ਸਾਰੇ ਜਿਵੇਂ ਰੇਤੇ ਨਾਲ ਜੋੜਤਾ, ਕਿਸੇ ਹੋਰ ਚੀਜ਼ਾਂ ਨਾਲ ਜੋੜਤਾ, ਹੈ ਨਾ। ਫਿਰ ਇੱਕ ਤਰ੍ਹਾਂ ਨਾਲ ਬਦਨਾਮ ਪੂਰਾ ਸ਼ਬਦ ਹੋ ਗਿਆ ਸੀ ਬਾਦਲ ਸ਼ਬਦ। ਉਸ ਸਮੇਂ ਬਾਦਲ ਸਾਹਿਬ ਦੇ ਹਾਲਾਤ ਕੀ ਸੀ, ਕੀ ਸੋਚਦੇ ਸੀ? ਦੇਖੋ, ਇੱਕ ਤਾਂ ਇਹ ਹੈ ਕਿ ਇਹ ਪ੍ਰਭਾਵ ਕ੍ਰੀਏਟ ਕੀਤਾ ਗਿਆ ਸੀਗਾ ਜੀ। ਤੁਸੀਂ ਉਹ, ਮੈਂ ਕਿਉਂ ਕਹਿ ਰਿਹਾ ਕਿ ਬਾਦਲ ਸਾਹਿਬ ਜਦੋਂ ਇਸ ਦੁਨੀਆ ਤੋਂ ਰੁਖਸਤ ਹੋਏ ਆ, ਤੁਸੀਂ ਸਾਰੇ ਪੰਜਾਬ ਵਿੱਚ ਨਹੀਂ, ਸਿਰਫ ਸਾਰੇ ਦੇਸ਼ ਵਿੱਚ ਜੀ ਤੁਸੀਂ ਲੋਕਾਂ ਦਾ ਰਿਐਕਸ਼ਨ ਦੇਖਿਆ ਵੀ ਲੋਕਾਂ ਦਾ ਰਿਐਕਸ਼ਨ ਕੀ ਹੈ। ਤਾਂ ਉਹ ਜਿਹੜਾ ਹੈਗਾ ਕਿ ਬਾਦਲ ਦਾ ਜਿਹੜਾ ਨਾਮ ਹੈ, ਉਹਦੇ ਪ੍ਰਤੀ ਲੋਕਾਂ ਦਾ ਕੀ ਸ਼ਰਧਾ ਉਹਨਾਂ ਨੇ ਦਿਖਾਈ ਹੈ। ਲੋਕਾਂ ਨੇ ਕਿਸ ਆਪਾਂ ਦੇਖੀਏ ਸਾਰੀ, ਹੈ ਨਾ। ਅਤੇ ਮਤਲਬ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਇੱਕ ਆਮ ਸਧਾਰਨ ਜਿਹੜੇ ਜਿਹਨੂੰ ਸੰਗਤ ਕਹਿੰਦੇ ਸੀ ਬਾਦਲ ਸਾਹਿਬ ਹਮੇਸ਼ਾ, ਉੱਥੋਂ ਤੱਕ ਆਪਾਂ ਦੇਖਿਆ ਕਿ। ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹਦੇ ਪਿੱਛੇ ਬਹੁਤ ਵੱਡੀ ਗੱਲ ਹੈ। ਇਹ ਸਵਾਲ ਬਹੁਤ ਹੀ ਅਹਿਮ ਸਵਾਲ ਹੈ, ਇਸ ਕਰਕੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਡਿਟੇਲ 'ਚ ਇਹਦਾ ਜਵਾਬ ਦਿੰਦਾ ਕਿ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਆਪਣਾ ਇਹ ਖੁੱਲ੍ਹੇਆਮ ਇਹਨਾਂ ਨੇ ਗੱਲ ਵੀ ਕਹੀ, ਅਤੇ ਇਹਨਾਂ ਬਾਰੇ ਪ੍ਰਭਾਵ ਵੀ ਹੀ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ। ਚਾਹੇ ਬਾਦਲ ਸਾਹਿਬ ਹੋਣ, ਚਾਹੇ ਟੌਹੜਾ ਸਾਹਿਬ ਹੋਣ, ਚਾਹੇ ਤਲਵੰਡੀ ਸਾਹਿਬ ਹੋਣ, ਸੰਤ ਫਤਿਹ ਸਿੰਘ ਜੀ ਸਨ ਜਾਂ ਮਾਸਟਰ ਤਾਰਾ ਸਿੰਘ ਜੀ ਸਨ, ਇਹ ਸਾਰੇ ਲੋਕ ਸਨ, ਸੰਤ ਲੌਂਗੋਵਾਲ ਜੀ ਸਨ, ਇਹ ਸਾਰੇ ਲੋਕ, ਇਹਨਾਂ ਬਾਰੇ ਇਹ ਪ੍ਰਭਾਵ ਰਿਹਾ ਕਿ ਇਹ ਪੰਥਕ ਸਿਆਸਤ ਕਰਦੇ ਹੈ। ਕੁਛ ਲੋਕਾਂ ਨੇ ਜਾਣਬੁੱਝ ਕੇ ਪੰਥਕ ਸਿਆਸਤ ਦਾ ਮਤਲਬ ਕੱਢਿਆ ਫਿਰਕੂ ਸਿਆਸਤ, ਜਿਹੜੀ ਕਿ ਪੰਥਕ ਸਿਆਸਤ ਤਾਂ ਫਿਰਕੂ ਹੋ ਨਹੀਂ ਸਕਦੀ, ਬਿਕੋਜ਼ ਸੁਪਰੀਮ ਕੋਰਟ ਨੇ ਵੀ ਦੱਸਤਾ ਸੀਗਾ ਕਿ ਜਿਹੜਾ ਪੰਥ ਹੈ, ਇਹਦਾ ਮਤਲਬ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ ਹੈ, ਮਤਲਬ ਇਹ ਸਗੋਂ ਹੋ ਰਿਹਾ ਪੰਥ ਦਾ ਤਾਂ ਮੈਂ ਨਹੀਂ, ਬਲਕਿ ਸਰਬੱਤ ਦਾ ਭਲਾ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੈ। ਤੋ ਕੁਛ ਕੁਛ ਸਾਡੀਆਂ ਤਾਕਤਾਂ ਇੱਦਾਂ ਦੀਆਂ ਰਹੀਆਂ ਜਿਹੜੀਆਂ ਕਿ ਪੰਜਾਬ ਦੇ ਵਿੱਚੋਂ, ਇਹ ਗੱਲ ਬਹੁਤ ਅਹਿਮ ਹੈ, ਮੈਂ ਇਸਦਾ ਤਾਂ ਥੋੜ੍ਹਾ ਜਿਹਾ ਇਹਦਾ ਵਜ਼ਾਹਤ ਦੇ ਨਾਲ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਇਹਦਾ ਮੈਂ ਦੇਣਾ ਚਾਹੁੰਦਾ ਕਿ ਉਹ ਪੰਜਾਬ ਦੇ ਵਿੱਚ ਸਿੱਖ ਸਿਆਸਤ ਜਾਂ ਪੰਥਕ ਸਿਆਸਤ, ਇਸ ਨਾਮ ਦੀ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਸੀ। ਉਹ ਇਹਨੂੰ ਖਤਮ ਕਰਨ ਦਾ ਤਰੀਕਾ ਕੀ ਸੀਗਾ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਸਿਆਸਤ ਨੂੰ, ਜਿਹਨੂੰ ਪੰਥਕ ਸਿਆਸਤ ਆਪਾਂ ਕਹਿੰਦੇ ਹਾਂ, ਪੰਥਕ ਸਿਆਸਤ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਸ਼ਬਦ ਜਿਹੜਾ, ਪਾਵਨ ਗੁਰਬਾਣੀ ਜਿਹੜੀ ਹੈ, ਉਹ ਤੋਂ ਇੰਸਪੀਰੇਸ਼ਨ ਲੈ ਕੇ
ਸਮੁੱਚੀ ਮਾਨਵਤਾ ਦੇ ਭਲੇ ਲਈ ਗੱਲ ਕੀਤੀ ਜਾਵੇ। ਜਦੋਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਉਹਦਾ ਪਿੱਛੇ ਵੀ ਕਨਸੈਪਟ ਇਹੀ ਹੈ ਕਿ ਸਮੁੱਚੀ ਮਾਨਵਤਾ ਦਾ ਸੰਦੇਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਾਹੁੰਦਾ, ਉਹ ਜਿਹੜੀ ਸਿਆਸਤ ਹੈ ਉਹ ਵੀ ਉਹਦੇ ਤੇ ਆਧਾਰਿਤ ਹੋਵੇ। ਉਹ ਫਿਰ ਸਿੱਖ ਸਿਆਸਤ ਨੂੰ ਜਦੋਂ ਅਸੀਂ ਖਤਮ ਕਰਨਾ ਹੈ ਤਾਂ ਫਿਰ ਕੁਦਰਤੀ ਗੱਲ ਹੈ ਕਿ ਜਿਹੜੇ ਲੋਕ ਇਹਨੂੰ ਰਿਪਰੈਜ਼ੈਂਟ ਕਰਦੇ ਆ, ਜਿਨ੍ਹਾਂ ਦੇ ਨਾਲ ਇਹ ਨਾਂ ਜੁੜਦਾ ਹੈ ਕਿ ਪੰਥਕ ਸਿਆਸਤ ਕਰਦੇ ਆ, ਉਹ ਸ਼੍ਰੋਮਣੀ ਅਕਾਲੀ ਦਲ ਹੈ ਜੀ। ਤੋ ਇਹਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ, ਇਹ ਇੱਕ ਮੁਹਿੰਮ ਚੱਲੀ। ਤੇ ਇਹਦੇ ਲਈ ਤਰੀਕੇ ਕੀ ਅਪਣਾਏ ਗਏ? ਪਹਿਲਾਂ ਤਾਂ ਸਿੱਧਾ ਹੀ ਸਰਕਾਰੀ ਦਬਾਅ, ਹਮਲੇ, SGPC ਦੀ ਥਾਂ ਤੇ ਬੋਰਡ ਬਣਾ ਦਾਂਗੇ, SGPC ਭੰਗ ਕਰ ਦਾਂਗੇ। ਅੱਜ ਦੀ ਗੱਲਾਂ ਨਹੀਂ ਕਰ ਰਿਹਾ ਮੈਂ, ਤੁਹਾਨੂੰ 50s 60s 70s ਦੀਆਂ ਗੱਲਾਂ ਕਰ ਰਿਹਾ, 80s ਦੀਆਂ ਗੱਲਾਂ ਕਰ ਰਿਹਾ। ਫਿਰ ਜੇ ਇੱਦਾਂ ਨਹੀਂ ਗੱਲ ਬਣੀ, ਆਪਰੇਸ਼ਨ ਬਲੂ ਸਟਾਰ, ਫੌਜਾਂ ਹੀ ਭੇਜ ਦਿਓ, ਤੇ ਉਹ ਇੱਕ ਤਰ੍ਹਾਂ ਨਾਲ ਦਹਿਸ਼ਤ ਦਾ ਮਾਹੌਲ ਖੜਾ ਕਰ ਦਿਓ ਤੇ ਇੱਦਾਂ ਲੱਗਣ ਲਾ ਦਿਓ ਵੀ ਇਹ ਤਾਂ ਜੀ ਜੇ ਸਿੱਖ ਸਿਆਸਤ ਹੋਏਗੀ ਫਿਰ ਆਹੀ ਕੁਛ ਹੋਏਗਾ। ਫਿਰ ਜੇ ਉਹ ਵੀ ਗੱਲ ਲੱਗਾ ਵੀ ਨਹੀਂ, ਕੌਮ ਨੇ, ਖਾਲਸਾ ਪੰਥ ਨੇ, ਪੰਜਾਬ ਨੇ, ਪੂਰੇ ਨੇ ਉਸ ਅਪਰੋਚ ਨੂੰ ਨਕਾਰਿਆ, ਤਾਂ ਫਿਰ ਹੋਰ ਤਰੀਕੇ ਬਣਾਏ ਗਏ। ਫਿਰ ਉਹ ਤਰੀਕੇ ਕੀ ਸੀਗੇ ਕਿ ਤੁਸੀਂ ਕੌਮ ਦੇ ਅੰਦਰ ਦਫਾੜ ਕਰ ਦਿਓ, ਟੁਕੜੇ ਕਰ ਦਿਓ, ਐਸੇ ਬੰਦੇ ਖੜੇ ਕਰ ਦਿਓ ਔਰ ਉਹਨਾਂ ਨੂੰ ਇੱਦਾਂ ਦੇ ਸਲੋਗਨ ਦੇ ਦਿਓ ਕਿ ਜਿਹੜੇ ਸਾਹਮਣੇ ਲੱਗੇ ਵੀ ਸ਼੍ਰੋਮਣੀ ਅਕਾਲੀ ਦਲ ਤਾਂ ਸਿੱਖਾਂ ਦੀ ਗੱਲ ਹੀ ਨਹੀਂ ਕਰਦਾ, ਇਹ ਤਾਂ ਗਦਾਰ ਹੈ। ਤੋ ਆਹ ਅਸਲੀ ਗੱਲ ਕਰਦੇ, ਗਰਮ ਗੱਲਾਂ ਕਰਾਓ, ਗਰਮ ਗੱਲਾਂ ਕਰਾ ਕੇ ਉਹਨਾਂ ਦੇ ਪਿੱਛੇ ਆਪਾਂ ਦੇਖਿਆ ਬਹੁਤ ਵਾਰੀ ਕਿ ਉਹ ਜਿਹੜੇ ਅੱਜ ਗੱਲ ਕਰ ਰਹੇ ਹੁੰਦੇ ਆ ਗਰਮ, ਤੇ ਕੱਲ੍ਹ ਨੂੰ ਜਾ ਕੇ ਉਹ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਤੁੜਵਾਉਂਦੇ ਆ, ਆਪ ਜਾ ਕੇ ਉਹ ਅਹੁਦੇ ਲੈ ਲੈਂਦੇ, ਹਰਿਆਣੇ ਦੇ ਵਿੱਚ ਜਾ ਕੇ ਗੁਰਧਾਮਾਂ ਨੂੰ ਪੁਲਿਸ ਦੀ ਮਦਦ ਨਾਲ ਉਹ ਆਪਣੇ ਕਬਜ਼ੇ ਲੈਂਦੇ ਆ। ਤਾਂ ਉਹੀ ਬੰਦੇ ਸੀ ਜਿਹੜੇ ਕਿ ਕਹਿ ਰਹੇ ਸੀਗੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰ ਰਿਹਾ, ਇਹ ਪੰਥ ਦੀ ਗੱਲ ਨਹੀਂ ਕਰ ਰਿਹਾ, ਇਹ ਉਹੀ ਬੰਦੇ ਸੀ ਜੀ। ਉਹਨਾਂ ਨੂੰ ਖੜੇ ਕੀਤਾ ਗਿਆ, ਇੱਦਾਂ ਦੇ ਹੋਰ ਗਰਮ ਦਲੀਆਂ ਨੂੰ ਕਰਕੇ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ, ਸਿੱਖ ਕੌਮ ਨੂੰ, ਕਿ ਸ਼੍ਰੋਮਣੀ ਅਕਾਲੀ ਦਲ ਤਾਂ ਕਮਜ਼ੋਰ ਹੈ, ਤੁਹਾਡੀ ਗੱਲ ਨਹੀਂ ਜੋੜਨਾ ਕਰਦਾ, ਆਹ ਬੰਦੇ ਕਰਦੇ ਆ। ਉਹਦੇ ਪਿੱਛੇ ਇੱਕ ਵਜ੍ਹਾ ਹੈ, ਮੈਂ ਤਾਂ ਜਿਹੜਾ ਡਿਟੇਲ 'ਚ ਗੱਲ ਕਰਦਾ, ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਜੀ। ਉਹਦੇ ਪਿੱਛੇ ਗੱਲ ਇਹ ਸੀ ਕਿ ਜਦੋਂ ਤੱਕ ਖਾਲਸਾ ਪੰਥ ਜਿਹੜੇ ਲੋਕ ਰਾਜੀ ਤਰੀਕੇ ਹੈ, ਸ਼ਾਂਤਮਈ ਤਰੀਕੇ ਹੈ, ਜਿਵੇਂ ਆਪਾਂ ਚਾਬੀਆਂ ਦਾ ਮੋਰਚਾ ਸੀਗਾ ਜਾਂ ਆਪਾਂ ਜੈਤੋ ਦਾ ਮੋਰਚਾ ਸੀ, ਜਦੋਂ ਆਪਾਂ ਉਹ ਤਰੀਕੇ ਅਪਣਾਉਂਦੇ ਹਾਂ ਤਾਂ ਸਰਕਾਰਾਂ ਨਿਹੱਥੇ ਹੋ ਜਾਂਦੀਆਂ ਨੇ ਜੀ। ਜਦੋਂ ਕੋਈ ਆਪਾਂ ਤਿੱਖੀਆਂ ਗੱਲਾਂ ਕਰਦੇ ਹਾਂ ਤਾਂ ਸਰਕਾਰ ਨੂੰ ਸਗੋਂ ਬਹਾਨਾ ਮਿਲ ਜਾਂਦਾ ਕਿ ਉਹਨਾਂ ਨੂੰ ਤਾਂ ਪਤਾ ਇਹਨਾਂ ਨੂੰ ਡੀਲ ਕਰਨਾ ਉਹਨਾਂ ਲਈ, ਉਹ ਕਹਿੰਦੇ ਲਾਅ ਐਂਡ ਆਰਡਰ ਪ੍ਰੋਬਲਮ ਹੈ ਜੀ, ਵਾਇਲੈਂਸ ਹੋ ਜਾਏਗੀ ਜੀ, ਪਰ ਲੇਕਿਨ ਇਹ ਹੈ ਕਿ ਇਹਨਾਂ ਨੂੰ ਯੂਜ਼ ਕਰ ਲਓ, ਇੱਕ ਵਾਰੀ ਖੜੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਰ ਲਓ, ਇਹਨਾਂ ਦਾ ਕੀ, ਇਹਨਾਂ ਨੂੰ ਤਾਂ ਅੱਜ ਨਹੀਂ ਤਾਂ ਕੱਲ੍ਹ ਜਦ ਮਰਜ਼ੀ ਦੱਬ ਲਾਂਗੇ। ਇਹ ਫਿਲਾਸਫੀ ਕੰਮ ਕਰ। ਅੱਛਾ, ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਮਾਰਨ ਦੇ ਲਈ ਜਿਹੜੀ ਪਾਲਿਸੀ ਬਣਾਈ ਗਈ, ਉਹ ਜਿਹੜਾ ਉਸ ਵੇਲੇ ਲੀਡਰ ਹੋਏਗਾ ਉਹਦੇ ਤੇ ਹਮਲਾ ਹੋਏਗਾ। ਤੁਸੀਂ ਦੇਖਿਆ ਹੋਣਾ ਪਹਿਲਾਂ ਮਾਸਟਰ ਤਾਰਾ ਸਿੰਘ ਜੀ ਤੇ ਹੋਇਆ, ਉਹਨਾਂ ਨੂੰ ਕਹਿਤਾ ਜੀ ਕੌਮ ਦੇ ਧੋਖਾ ਦੇਤਾ ਜੀ ਸਾਨੂੰ, ਇਹਦਾ ਜੀ ਅੰਗਰੇਜ਼ਾਂ ਨਾਲ ਰਲ ਗਏ, ਨਹੀਂ ਅੰਗਰੇਜ਼ਾਂ ਨਾਲ ਹੀ ਰਹੇ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਹੱਥ ਵਿਕ ਗਏ ਜੀ, ਕਾਂਗਰਸ ਨਾਲ ਰਲ ਗਏ ਜੀ। ਪਹਿਲਾਂ ਉਹਨਾਂ ਤੇ ਹਮਲੇ ਹੋਏ, ਉਹਨਾਂ ਨੂੰ ਪੰਥਕ ਉਹਨਾਂ ਦਾ ਜਿਹੜਾ ਕੈਰੈਕਟਰ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਸੰਤ ਫਤਿਹ ਸਿੰਘ ਜੀ ਦੇ ਉੱਤੇ ਹੋਏ, ਫਿਰ ਸੰਤ ਲੌਂਗੋਵਾਲ ਜੀ ਨੂੰ ਵੀ ਗਦਾਰ ਕਿਹਾ ਗਿਆ। ਫਿਰ ਜਦੋਂ ਦੇਖਿਆ ਇਹ ਕੁਛ ਨਹੀਂ ਬਣਿਆ ਤਾਂ ਅਖੀਰ ਦੇ ਵਿੱਚ ਲੋਕਾਂ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਖੜੇ ਹੋਏ ਆ। ਫਿਰ ਉਹਦਾ ਜਿਹੜੀ ਸਿੰਬਲਿਜ਼ਮ ਆ ਉਸ ਦਾ ਪ੍ਰਕਾਸ਼ ਸਿੰਘ ਬਾਦਲ ਕਰਦੇ ਸੀ। ਤਾਂ ਫਿਰ ਇਹ ਸੀਗਾ ਜੇ ਅਕਾਲੀ ਦਲ ਨੂੰ ਖਤਮ ਕਰਨਾ ਤਾਂ ਇਹਨਾਂ ਦੀ ਸ਼ਖਸੀਅਤ ਦੇ ਉੱਤੇ ਅਟੈਕ ਕਰੋ। ਉਹ ਅਟੈਕ ਕਿਵੇਂ ਕੀਤੇ ਗਏ ਵੀ ਇਹ ਤਾਂ ਜੀ ਹੁਣ ਉਹ ਬਹਾਨੇ ਲੱਭਣੇ ਪੈਣੇ ਸੀਗੇ, ਕਿਉਂਕਿ ਪੰਥ ਦੀ ਗੱਲ ਜੇ ਉਹ ਕਰਦੇ ਤਾਂ ਪੰਥ ਦੀ ਤਾਂ ਸਿੱਧਾ ਦਿਸਦਾ ਸੀਗਾ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ 'ਤੇ ਯੂਨੀਵਰਸਿਟੀਜ਼ ਬਣਾ ਰਿਹਾ, ਜਿਹੜਾ ਬੰਦਾ ਖਾਲਸਾ ਹੈਰੀਟੇਜ ਕੰਪਲੈਕਸ ਦਾ ਦੁਨੀਆ ਦਾ ਅਜੂਬਾ ਖੜਾ ਕਰ ਰਿਹਾ, ਜਿਹੜਾ ਬੰਦਾ ਵਿਰਾਸਤੀ ਕੰਪਲੈਕਸ ਬਣਾ ਰਿਹਾ, ਜਿਹੜਾ ਹਰਿਮੰਦਰ ਸਾਹਿਬ ਦੀ ਸੇਵਾ ਕਰਵਾ ਰਿਹਾ, ਜਾਂ ਹੋਰ ਸਿੱਖ ਕੌਮ ਦੀਆਂ ਜਿੰਨੀਆਂ ਯਾਦਗਾਰਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਬਾਲ ਸਾਹਿਬ ਬਣਾ ਰਹੇ ਨੇ। ਤਾਂ ਇਹ ਤਾਂ ਕਿਹਾ ਨਹੀਂ ਜਾਣਾ ਕਿ ਬਾਲ ਸਾਹਿਬ ਜਿਹੜੀ ਆ ਪੰਥ ਦੀ ਗੱਲ ਜਿਹੜੀ ਨਹੀਂ ਕਰ ਰਹੇ, ਇਹ ਤਾਂ ਕਿਹਾ ਨਹੀਂ ਜਾਣਾ। ਫਿਰ ਹੋਰ ਗੱਲਾਂ ਕਹੋ ਜੀ ਪਰਿਵਾਰਵਾਦ ਹੈ ਜੀ, ਇਹ ਜੀ ਇੱਥੇ ਆਹ ਹੋ ਗਿਆ ਜੀ, ਇੱਥੇ ਜੀ ਫਿਰ ਉਹ ਜਿਹੜੀ ਮੈਂ ਸ਼ੁਰੂ ਤੋਂ ਇਹ ਗੱਲ ਕਹਿ ਰਿਹਾ ਕਿ ਇੱਕ ਨਾ ਇੱਕ ਦਿਨ ਇਹ ਗੱਲ ਬਾਹਰ ਆਏਗੀ, ਹੁਣ ਆ ਰਹੀ ਹੈ ਕਿ ਇਹ ਜਿਹੜੀ ਬੇਅਦਬੀ ਦਾ ਜਿਹੜਾ ਇਸ਼ੂ ਸੀਗਾ, ਨਹੀਂ ਬੇਅਦਬੀ ਦਾ ਇਸ਼ੂ ਜਿਹੜਾ ਸੀ, ਇਹ ਸਭ ਤੋਂ ਵੱਡਾ ਹਥਿਆਰ ਇਹਨਾਂ ਨੇ ਬਣਾਇਆ ਗਿਆ, ਕਿਉਂਕਿ ਇਹ ਬਹੁਤ ਸੋਚਿਆ ਸਮਝਿਆ ਕਿ ਬੇਅਦਬੀ ਕਰਵਾਓ ਔਰ ਇਹਨਾਂ ਦੇ ਗਲ ਪਾਓ ਤਾਂ ਕਿ ਜਿਹੜਾ ਇਹਨਾਂ ਦਾ ਪੰਥਕ ਇਮੇਜ ਆ, ਲੋਕੀ ਕਹਿਣ ਵੀ ਯਾਰ ਨਹੀਂ ਯਾਰ ਇਹ ਪੰਥਕ ਨਹੀਂ ਗਏ। ਇਹ ਸਾਰੀ ਬਹੁਤ ਗਹਿਰੀ ਚਾਲ ਹੈ। ਇਸਦੇ ਕਿਸੇ ਦਿਨ ਆਪਾਂ ਕਿਸੇ ਦਿਨ ਤੁਸੀਂ ਜੇ ਠੀਕ ਸਮਝੋਗੇ ਤਾਂ ਮੈਂ ਇਹਦੇ 'ਤੇ ਤੁਹਾਡਾ ਖੁੱਲ੍ਹ ਕੇ ਵਿਦ ਫੈਕਟਸ ਵਿਦ ਡਿਟੇਲਸ ਗੱਲਾਂ ਕਰਨੀਆਂ ਚਾਹੂੰਗਾ। ਅਤੇ ਉਹ ਇਹ ਜਿਹੜੀ ਸਾਰੇ ਇਹ ਲੱਗੇ ਸੀ ਇਲਜ਼ਾਮ ਲੱਗੇ ਸੀ। ਔਰ ਤੁਸੀਂ ਦੇਖੋ ਜਦੋਂ ਬਾਲ ਸਾਹਿਬ ਦੀ 95 ਦੀ ਏਜ ਹੋਈ ਔਰ ਕਿਸੇ ਤਰ੍ਹਾਂ ਨਾਲ ਵੀ ਹਾਈ ਕੋਰਟ ਨੇ ਵੀ ਕਹਿ ਤਾ, ਸਾਰਿਆਂ ਨੇ ਕਹਿ ਤਾ ਕਿ ਕੋਈ ਨਹੀਂ ਗੱਲ ਬਣਦੀ ਵੀ ਇੱਦਾਂ ਜਿਹੜਾ ਤੁਸੀਂ ਕਹਿ ਰਹੇ ਹੋ ਇਲਜ਼ਾਮ ਗਲਤ ਨੇ। ਲੇਕਿਨ ਉਹਨਾਂ ਦੇ ਸਵਰਗਵਾਸ ਹੋਣ ਤੋਂ 2-3 ਦਿਨ ਪਹਿਲਾਂ ਇਹ
ਉਹਨਾਂ ਉੱਤੇ ਆ ਜਿਹੜਾ ਹੈਗਾ ਚਾਰਜ ਸ਼ੀਟ ਵੀ ਕੀਤੀ ਗਈ। ਹਾਲਾਂਕਿ ਬੰਦਾ ਸੋਚਦਾ ਹੈ ਕਿ ਜਦ ਹਾਈ ਕੋਰਟ ਇਹ ਕਹਿ ਚੁੱਕੀ ਹੈ ਵੀ ਸਾਰਾ ਕੁਝ ਪੋਲੀਟੀਸਾਈਜ਼ ਕੀਤਾ ਜਾ ਰਿਹਾ, ਉਸ ਤੋਂ ਬਾਅਦ ਇਹ ਬਣਦਾ ਨਹੀਂ। ਚਲੋ ਐਨੀਵੇ, ਮੇਰੇ ਕਹਿਣ ਦਾ ਮਤਲਬ ਇਹਦੇ ਪਿੱਛੇ ਜਿਹੜੀ ਹੈ ਨਾ ਸਾਜ਼ਿਸ਼ ਜਿਹੜੀ ਹੈ ਉਹ ਪੰਥਕ ਸਿਆਸਤ ਨੂੰ, ਸਿੱਖ ਸਿਆਸਤ ਨੂੰ ਖ਼ਤਮ ਕਰਨ ਦੀ ਕੰਮ ਕਰ ਰਹੀ ਹੈ। ਔਰ ਇਹਦੇ 'ਚ ਕੌਮ ਨੂੰ ਇਹ ਗੱਲ ਆਪ ਹੀ ਸਮਝਣੀ ਪਏਗੀ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ, ਸਾਨੂੰ ਅੰਦਰੋਂ ਕਿਵੇਂ ਵੰਡਿਆ ਜਾ ਰਿਹਾ, ਫਿਰ ਅੰਦਰੋਂ ਵੰਡ ਕੇ ਸਾਨੂੰ ਕਿਵੇਂ ਇੱਕ ਦੂਜੇ ਨਾਲ ਲੜਾ ਕੇ, ਤੇ ਉਹੀ ਬੰਦੇ ਫਿਰ ਆਪ ਉਹਨਾਂ ਦੇ ਪਿੱਛੇ ਸਰਕਾਰੀ ਤਾਕਤਾਂ ਸਿੱਧੀਆਂ ਤੁਹਾਨੂੰ ਦੱਸੀਆਂ ਐਗਜ਼ਾਮਪਲਸ ਹਰਿਆਣੇ ਦੀਆਂ, ਤੇ ਉਹ ਕਿਵੇਂ ਹੁੰਦੀ ਇਹ ਗੱਲ, ਇਹ ਜਿਹੜੀ ਇਹ ਇਸ ਤਰ੍ਹਾਂ ਇਹਨਾਂ ਤੇ ਇਲਜ਼ਾਮ ਲਾਏ ਸੀ। ਜਿਹੜੀ ਸਿੱਖ ਸਿਆਸਤ ਰਹੀ ਆ ਉਹਦੇ ਵਿੱਚ ਬਾਦਲ, ਟੌਹੜਾ, ਤਲਵੰਡੀ, ਇਹ ਤਿੰਨਾਂ ਦੀ ਤਿੱਕੜੀ ਬੜੀ ਮਸ਼ਹੂਰ ਰਹੀ ਹੈ। ਤਿੱਕੜੀ ਦੇ ਵਿੱਚ ਕੀ ਖਾਸੀਅਤ ਰਹੀ ਹੈ ਇਹਦੇ 'ਚ? ਦੇਖੋ, ਇੱਕ ਤਾਂ ਇਹ ਸੀਗਾ ਕਿ ਇਹ ਤਿੰਨ ਹੀ ਪੰਥਕ ਸ਼ਖਸੀਅਤਾਂ ਜਿਹੜੀਆਂ ਨੇ, ਬਲਕਿ ਮੈਂ ਤਾਂ ਇਹ ਵੀ ਕਹੂੰਗਾ ਕਿ ਤੁਸੀਂ ਜਦੋਂ ਵੀ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਆ, ਮਾਸਟਰ ਤਾਰਾ ਸਿੰਘ ਜੀ ਤੋਂ ਲੈ ਲਓ ਜਾਂ ਤੁਸੀਂ ਚਬਾਲ ਸਾਹਿਬ ਤੋਂ ਲੈ ਲਓ, ਤਾਂ ਤੁਸੀਂ ਇੱਕ ਗੱਲ ਦੇਖਦੇ ਆ ਵੀ ਹਰੇਕ ਲੀਡਰ ਦੀ ਇੱਕ ਖਾਸ ਪੰਥਕ ਸ਼ਖਸੀਅਤ ਹੈ। ਤੋ ਇਹਨਾਂ ਤਿੰਨਾਂ ਦੇ ਵਿੱਚ ਵੀ, ਤਲਵੰਡੀ ਸਾਹਿਬ ਵਿੱਚ ਵੀ, ਤਲਵੰਡੀ ਸਾਹਿਬ ਜਿਹੜਾ ਹੈ ਉਹ ਜੁਝਾਰੂਪਣ ਜਿਹੜਾ ਖਾਲਸਾ ਪੰਥ ਦਾ ਉਹਦੀ ਨੁਮਾਇੰਦਗੀ ਕਰਦੇ ਸੀ। ਸਿਆਸਤ ਜਿਹੜੀ ਡੈਮੋਕ੍ਰੈਟਿਕ ਪੋਲਿਟਿਕਸ ਦੇ ਵਿੱਚ ਜੁਝਾਰੂਪਣ ਜਿਹੜਾ ਉਹ। ਟੌਹੜਾ ਸਾਹਿਬ ਜਿਹੜੇ ਸੀਗੇ ਉਹ ਜੋ ਸਾਡਾ ਧਾਰਮਿਕ ਖੇਤਰ ਹੈ ਉਹਨੂੰ ਉਹਦੀ ਬਹੁਤ ਖੂਬਸੂਰਤੀ ਨਾਲ ਉਹਨੂੰ ਆਰਟੀਕੂਲੇਟ ਕਰਦੇ ਸੀ, ਔਰ ਉਹਨਾਂ ਦੀ ਜ਼ੁਬਾਨ ਦੇ ਵਿੱਚ ਬਹੁਤ ਹੀ ਰਸਨਾ ਪ੍ਰਮਾਤਮਾ ਨੇ, ਅਕਾਲ ਪੁਰਖ ਨੇ ਬਖਸ਼ੀ ਸੀ। ਬਾਦਲ ਸਾਹਿਬ ਜਿਹੜੇ ਸੀ ਉਹ ਜਿਹੜੀ ਇਹ ਸਾਰੇ ਜੋ ਇਸ ਕੌਨਸੈਪਟ ਹੈ, ਸਾਰੀ ਫਿਲੋਸਫੀ ਹੈ, ਉਹਨੂੰ ਜਨਤਕ ਜਿਹੜੀ ਐਕਟੀਵਿਟੀ ਹੈ ਉਹਨੂੰ ਫਿਰ ਜਿਹੜਾ ਤੁਸੀਂ ਜਨਤਾ ਦੀ ਸੇਵਾ ਕਰਨੀ ਹੈ, ਜਿਹੜੀ ਸੇਵਾ ਭਾਵਨਾ ਦਾ ਜਿਹੜਾ ਕਰਮ ਯੋਗੀ ਵਾਲਾ ਗੱਲ ਹੈ, ਉਹਨੂੰ ਉਹਦੇ 'ਚ ਟਰਾਂਸਲੇਟ ਕਰਨਾ, ਉਹ ਇਹ ਬਾਦਲ ਸਾਹਿਬ ਇਸ ਗੱਲ ਦੀ ਸਿਖਰ ਸੀਗੇ। ਤੇ ਇਹ ਤਿੰਨੇ ਹੀ ਜਿਹੜੇ ਤੁਸੀਂ ਸ਼ਖਸੀਅਤਾਂ ਦਾ ਨਾਂ ਲਿਆ, ਇਹ ਆਪਣੇ ਆਪਣੇ ਤਰੀਕੇ ਦੇ ਨਾਲ ਪੰਥ ਦੇ ਅਲੱਗ-ਅਲੱਗ ਜਿਹੜੇ ਪਹਿਲੂ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ। ਇੱਕ ਸਿਆਸਤ ਦੇ ਵਿੱਚ ਇਹ ਗੱਲ ਚੱਲਦੀ, ਆਮ ਸਿਆਸਤਦਾਨ ਕਹਿੰਦੇ ਆ ਕਿ ਟੌਹੜਾ ਸਾਹਿਬ ਨੂੰ ਉੱਪਰ ਨਹੀਂ ਉੱਠਣ ਦਿੱਤਾ ਬਾਦਲ ਨੇ ਸਿਆਸਤ ਦੇ ਵਿੱਚ। ਮੇਰਾ ਖਿਆਲ ਜਿਹੜੇ ਬੰਦੇ ਇਹ ਗੱਲ ਕਹਿੰਦੇ ਨੇ ਉਹ ਟੌਹੜਾ ਸਾਹਿਬ ਦੇ ਨਾਲ ਜ਼ਿਆਦਤੀ ਕਰ ਰਹੇ ਆ ਜੀ। ਉਹ ਇਸ ਕਰਕੇ ਕਿ ਟੌਹੜਾ ਸਾਹਿਬ ਜਿਹੜੇ ਨੇ ਇੱਕ ਬਹੁਤ ਹੀ ਕੱਦਾਵਰ ਲੀਡਰ ਸੀਗੇ, ਔਰ ਉਹ ਸਾਰੀ ਉਮਰ ਬਾਦਲ ਸਾਹਿਬ ਦੇ ਨਾਲ ਇੱਕ ਦੋ ਵਾਰੀ ਉਹਨਾਂ ਦੇ ਇਖਤਲਾਫਾਤ ਵੀ ਹੋਏ, ਲੇਕਿਨ ਬਾਕੀ ਸਾਰੀ ਉਮਰ ਉਹ ਜਿਹੜੀ ਜਿੰਨੀ ਵੀ ਜੱਦੋ ਜਹਿਦ ਹੋਈ ਹੈ ਇਹਨਾਂ ਦੋਨਾਂ ਲੀਡਰ ਸਾਹਿਬਾਨ ਨੇ, ਟੌਹੜਾ ਸਾਹਿਬ ਨੇ, ਬਾਦਲ ਸਾਹਿਬ ਨੇ ਇਕੱਠੇ ਰਹਿ ਕੇ ਕੀਤੀ ਹੈ। ਲੇਕਿਨ ਇਹਨਾਂ ਦੇ ਬੰਦੇ ਉਦੋਂ ਵੀ ਚੱਲਦੇ ਸੀਗੇ, ਅੱਜ ਵੀ ਚੱਲਦੇ ਆ, ਜਿਹੜੇ ਕਿ ਇੱਦਾਂ ਦੀਆਂ ਗੱਲਾਂ ਕਰਦੇ ਆ ਕਿ ਨਹੀਂ ਜੀ ਇਹ ਤਾਂ ਉਹ ਅਲੱਗ ਇਹ ਉਹ। ਦੇਖੋ ਮੈਂ ਗੱਲ ਕਰਾਂ, ਕਈ ਬੰਦੇ ਇੱਦਾਂ ਦੀਆਂ ਗੱਲਾਂ ਕਰਦੇ ਆ ਜੀ ਟੌਹੜਾ ਸਾਹਿਬ ਤਾਂ ਪੰਥਕ ਸੀਗੇ ਤੇ ਬਾਦਲ ਸਾਹਿਬ ਜਿਹੜੇ ਆ ਉਹ ਦੂਸਰੀ ਤਰ੍ਹਾਂ ਹੈਗੇ ਆ, ਮਤਲਬ ਪੋਲੀਟੀਸ਼ੀਅਨ ਹੈਗੇ ਆ। ਜੇ ਇਸ ਤਰ੍ਹਾਂ ਹੁੰਦਾ ਜੀ ਤਾਂ ਹਰ ਇੱਕ ਮਰਹਲੇ 'ਤੇ, ਹਰ ਇੱਕ ਧਾਰਮਿਕ ਸਟਰਗਲ ਵਿੱਚ, ਧਰਮਯੁੱਧ ਮੋਰਚੇ ਵਿੱਚ, ਕਿਤੇ ਵੀ, ਔਰ SGPC ਚੋਣਾਂ ਵਿੱਚ, SGPC ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨਗੀਆਂ ਦੇ ਵਿੱਚ ਜਾਂ ਹੋਰ ਜਿਹੜੇ ਤੁਸੀਂ ਆਪਣੇ ਸਾਰੇ ਕੰਮ ਹੁੰਦੇ ਆ ਜਾਂ ਹੋਰ ਜਿਹੜੇ ਸਾਰਾ ਕੁਛ ਕਰਨਾ ਹੁੰਦਾ, ਇਕੱਠੇ ਕਿੱਦਾਂ ਨਜ਼ਰ ਆਉਂਦੇ? ਜੇ ਆਪਾਂ ਲਾਨੇ ਕਿ ਉਹਨਾਂ ਦਾ ਲੈ ਲਓ ਅੱਧੀ ਸਦੀ ਲਗਭਗ ਉਹ ਇਕੱਠੇ ਰਹੇ, ਉਹਦੇ ਵਿੱਚ ਇੱਕ ਦੋ ਵਾਰੀ ਉਹ ਇੱਕ ਦੂਜੇ ਦੇ ਨਾਲ ਉਹਨਾਂ ਦੇ ਮਤਭੇਦ ਹੋਏ, ਲੇਕਿਨ ਉਹ ਤੋਂ ਬਿਨਾਂ ਉਹ ਪੀਰੀਅਡ ਮੇਰੇ ਖਿਆਲ ਕੁੱਲ ਮਿਲਾ ਕੇ 4-5 ਸਾਲ ਨਹੀਂ ਬਣਦਾ ਜਦੋਂ ਇਹ ਅਲੱਗ-ਅਲੱਗ ਰਹੇ ਮਤਭੇਦ ਵਾਲਾ। ਹਾਂ, ਤੇ ਜਿੰਨਾ ਚਿਰ ਇਕੱਠੇ ਰਹੇ ਉਹ 45 ਸਾਲ ਆ, ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ। ਮੈਂ ਗੱਲ ਕਰਨੀ ਚਾਹੁੰਦਾ ਕਿ ਕਈ ਵਾਰੀ ਲੋਕੀ ਕਹਿੰਦੇ ਜੀ ਟੌਹੜਾ ਸਾਹਿਬ ਇੱਦਾਂ ਚਾਹੁੰਦੇ ਸੀ, BSP ਨਾਲ ਸਮਝੌਤਾ ਹੋਣਾ ਚਾਹੀਦਾ, ਆਫਟਰ ਆਲ ਜਿਹੜਾ BJP ਨਾਲ ਸਮਝੌਤਾ ਹੋਇਆ ਉਹਦੇ ਵਿੱਚ ਸਭ ਤੋਂ ਅੱਗੇ ਟੌਹੜਾ ਸਾਹਿਬ ਸੀਗੇ। ਟੌਹੜਾ ਸਾਹਿਬ ਦੀ ਅਦਵਾਨੀ ਸਾਹਿਬ ਨਾਲ ਖਾਸ ਗੱਲਬਾਤ ਹੁੰਦੀ ਸੀ, ਉਹ ਸਾਰੀ ਦੁਨੀਆ ਨੂੰ ਪਤਾ ਹੈ, ਤੇ ਉਹ ਉਹਦੇ 'ਚ ਸੀਗੇ। ਤੇ ਫਿਰ ਉਸ ਤੋਂ ਬਾਅਦ ਸਰਕਾਰਾਂ ਬਣਦੀਆਂ ਨੇ, ਸਰਕਾਰਾਂ ਦੇ ਵਿੱਚ ਟੌਹੜਾ ਸਾਹਿਬ ਦੇ ਸਭ ਤੋਂ ਪਾਵਰਫੁਲ ਜਿਹੜੇ ਬੰਦੇ ਹੁੰਦੇ ਸੀਗੇ, ਬਸੰਤ ਸਿੰਘ ਖਾਲਸਾ ਜੀ ਸੀਗੇ, ਮੇਜਰ ਸਿੰਘ ਉਬੋਕੇ ਸਾਹਿਬ ਸੀਗੇ, ਹੁਣ ਜਿਹੜੇ ਆਪਣੇ ਹੈਗੇ ਨੇ ਚੰਦੂ ਮਾਜਰਾ ਸਾਹਿਬ ਨੇ, ਪ੍ਰੋਫੈਸਰ ਚੰਦੂ ਮਾਜਰਾ ਸਾਹਿਬ, ਵਿਸ਼ੇਂਦਰ ਸਿੰਘ ਗਰੇਵਾਲ, ਜਾਂ ਆਪਣੇ ਟੌਹੜਾ ਸਾਹਿਬ ਦੇ ਜਿਹੜੇ ਸਨ ਇਨ ਲਾਅ ਨੇ ਆਪਣੇ ਪਟਿਆਲੇ ਤੋਂ ਤੁਹਾਡੇ ਜਿਹੜੇ ਆਗੂ ਨੇ ਉਹ ਨੇ, ਉਹ ਹਰਮੇਲ ਸਿੰਘ ਹੋਣੀ, ਜਾਂ ਇਸ ਤਰ੍ਹਾਂ ਹੋਰ ਤੁਸੀਂ ਜਿਹੜੇ ਲਾ ਲਓ, ਇਹ ਸਾਰੇ ਬੰਦੇ, ਈਵਨ ਪੰਜੌਲੀ ਸਾਹਿਬ ਨੇ ਵੀ ਸਰਕਾਰਾਂ ਦੇ ਵਿੱਚ ਟੌਹੜਾ ਸਾਹਿਬ ਔਰ ਬਾਦਲ ਸਾਹਿਬ ਦੇ ਸਮੇਂ ਦੇ ਵਿੱਚ ਚੰਗੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ, ਤੇ ਟੌਹੜਾ ਸਾਹਿਬ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਨੇ ਉਹਨੂੰ ਬੜਾ ਉੱਚਾ ਰੁਤਬਾ ਦਿੱਤਾ। ਤੋ ਇਹ ਦੋਨੇ ਮਤਲਬ ਇਹ ਇਕੱਠੇ ਚੱਲੇ, ਲੇਕਿਨ ਕਹਿਣੇ ਵਾਲੇ ਕਦੀ ਕਦੇ ਕਹਿੰਦੇ ਜੀ ਟੌਹੜਾ ਸਾਹਿਬ ਤੋਂ ਬਾਅਦ ਲਿਫਾਫਾ ਕਲਚਰ। ਟੌਹੜਾ ਸਾਹਿਬ ਖੁਦ ਜੀ ਹਮੇਸ਼ਾ ਨਾਮਜ਼ਦ ਹੋਏ ਆ ਪਾਰਟੀ ਵੱਲੋਂ, ਪਾਰਟੀ ਦੇ ਕੈਂਡੀਡੇਟ ਦੇ ਤੌਰ 'ਤੇ। ਇੱਦਾਂ ਹੀ ਹੁੰਦਾ ਹੈ, ਸਾਰੇ ਵੀ ਬਾਕੀ ਵੀ ਸਾਰੇ ਇੱਦਾਂ ਹੀ ਹੋਏ ਆ। ਜੇ ਇਹ ਲਿਫਾਫਾ ਕਲਚਰ ਆ ਤਾਂ ਫਿਰ ਟੌਹੜਾ ਸਾਹਿਬ ਵੀ ਇਸੇ ਲਿਫਾਫੇ ਕਲਚਰ 'ਚੋਂ ਨਿਕਲੇ ਨੇ, ਕਿਉਂਕਿ ਉਹਨਾਂ ਦਾ ਨਾਮ ਵੀ ਉੱਦਾਂ ਹੀ ਜਾਂਦਾ ਸੀ ਜਿੱਦਾਂ ਬਾਕੀਆਂ ਦਾ ਜਾਂਦਾ ਹੈ ਜੀ। ਸੋ ਮੈਂ ਸਮਝਦਾ ਇਹ ਦੋਨਾਂ ਬੰਦਿਆਂ ਦੇ ਬਾਰੇ ਕਿਸੇ ਬਾਰੇ ਵੀ ਇਹ ਕਹਿਣਾ
ਕਿ ਇਹਨੇ ਉਹਨੂੰ ਨਹੀਂ ਕਰਨ ਦਿੱਤਾ ਜਾਂ ਇਹਨੇ ਉਹਨੂੰ ਨਹੀਂ ਕਰਨ ਦਿੱਤਾ। ਦੋਨਾਂ ਦੇ ਜਿਹੜੇ ਹੈਗੇ ਆ ਸ਼ਾਨ ਦੇ ਖਿਲਾਫ ਹੈ ਇਹ। ਜਿਹੜੇ ਵੀ ਬੰਦੇ ਕਰਦੇ ਨੇ, ਜੇ ਕੋਈ ਇੱਦਾਂ ਕਹਿੰਦਾ ਤਾਂ ਮੈਂ ਸਮਝਿਆ ਕੋਈ ਕਹਿੰਦਾ ਕਿ ਟੌੜਾ ਸਾਹਿਬ ਨੂੰ ਉੱਠਣ ਨਹੀਂ, ਤਾਂ ਮੈਂ ਕਹਿੰਦਾ ਟੌੜਾ ਸਾਹਿਬ ਦੀ ਸ਼ਾਨ ਦੇ ਖਿਲਾਫ ਇਹ ਗੱਲ ਕਰ ਰਿਹਾ। ਟੌੜਾ ਸਾਹਿਬ ਜਿਸ ਫੀਲਡ 'ਚ ਸੀਗੇ, ਉਹ ਜਿਸ ਥਾਂ 'ਤੇ ਪਹੁੰਚੇ, ਉਸ ਥਾਂ 'ਤੇ ਪਹੁੰਚਣਾ ਵੀ ਸੌਖਾ ਨਹੀਂ ਹੈ ਜੀ। ਔਰ ਜਿਸ ਫੀਲਡ ਨੂੰ ਬਾਦਲ ਸਾਹਿਬ ਨੇ, ਇਹਨਾਂ ਨੇ ਜਿੱਦਾਂ ਭਰਾਵਾਂ ਨੇ ਕੰਮ ਵੰਡਿਆ ਹੁੰਦਾ ਨਾ, ਇੱਦਾਂ ਕੀਤਾ ਦੋਨਾਂ ਨੇ। ਤੇ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਉਹਨਾਂ ਨੇ ਧਰਮ ਬਾਰੇ ਵੀ ਕੀਤਾ, ਇਹਨਾਂ ਨੇ ਸਿਆਸਤ ਬਾਰੇ ਵੀ ਕੀਤਾ, ਉਹਨਾਂ ਨੇ ਸਿਆਸਤ ਨਾਲ ਧਰਮ ਬਾਰੇ ਕੀਤਾ। ਲੇਕਿਨ ਕਿਉਂਕਿ ਧਰਮ ਨੂੰ ਸਿਆਸਤ ਨੂੰ ਦੋਨੋਂ ਜਿਹੜੇ ਹੈਗੇ ਸ਼੍ਰੋਮਣੀ ਅਕਾਲੀ ਦਲ ਇਕੱਠਾ ਮੰਨ ਕੇ ਚੱਲਦੇ ਆ, ਤਾਂ ਇਹ ਦੋਨਾਂ ਦਾ ਵੀ ਵਿੱਚ ਸੁਮੇਲ ਰਿਹਾ ਇਹਨਾਂ ਦੀ ਕੀ ਕਹਿੰਦੇ ਆਪਾਂ ਇਹਨੂੰ ਸਿਨਰਜੀ ਕਹਿੰਦੇ ਆ, ਇੱਕ ਤਰ੍ਹਾਂ ਦੇ ਨਾਲ ਮਤਲਬ ਜੋ ਵੀ ਉਹਦੇ 'ਚ ਸ਼ਕਤੀਆਂ ਦੋਨਾਂ ਦੀਆਂ, ਉਹਨਾਂ ਨੂੰ ਇੱਕ ਦਰਿਆ ਵਾਂਗੂ, ਇੱਕ ਸੰਗਮ ਵਾਂਗੂ ਬਣਾ ਕੇ ਦੋਨਾਂ ਨੇ ਕੌਮ ਦੀ ਸੇਵਾ ਕੀਤੀ। ਸੋ ਬਾਦਲ ਸਾਹਿਬ ਨੇ ਆਪਣੇ ਫੀਲਡ ਦੇ ਵਿੱਚ ਬਹੁਤ ਉੱਚਾ ਮੁਕਾਮ ਹਾਸਿਲ ਕੀਤਾ, ਜਿਹੜਾ ਕਿ ਮੇਰਾ ਸਮਝਦਾ, ਦੇਖੋ ਸਾਰੀ ਦੁਨੀਆ ਦੇ ਵਿੱਚ, ਇਕੱਲੇ ਪੰਜਾਬ 'ਚ ਨਹੀਂ, ਇਕੱਲੇ ਦੇਸ਼ ਵਿੱਚ ਨਹੀਂ, ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਜਿਹੜੇ ਦੇਸ਼ ਦੇ ਸਾਡੇ ਦੇ ਝੰਡੇ ਜਿਹੜੇ ਆ ਉਹ ਝੁਕੇ ਰਹੇ 2 ਦਿਨ। ਮੈਨੂੰ ਨਹੀਂ ਯਾਦ ਆਉਂਦਾ ਕਿ ਕਦੇ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਮੁੱਖ ਮੰਤਰੀ ਲਈ ਇੱਦਾਂ ਕੀਤਾ ਗਿਆ ਹੋਵੇ, ਕਦੇ ਕੋਈ ਇੱਦਾਂ ਦਾ ਮੁੱਖ ਮੰਤਰੀ ਆਇਆ ਹੋਵੇ ਜਿਹਨੂੰ ਕਿ ਕਦੇ ਪ੍ਰਾਈਮ ਮਿਨਿਸਟਰ ਸਾਹਿਬਾਨ ਜਿਹੜੇ ਨੇ ਉਹ ਵੀ ਉਹਨਾਂ ਦੇ ਝੁੱਕ ਕੇ ਪੈਰੀ ਹੱਥ ਲਾਉਂਦੇ ਹੋਣ ਜਾਂ ਝੁੱਕ ਕੇ ਉਹਨਾਂ ਤੋਂ ਸਲਾਹ ਲੈਂਦੇ ਹੋਣ। ਅਕਸਰ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਹੋਏ ਨਾ, JP ਸਾਹਿਬ, ਜੈ ਪ੍ਰਕਾਸ਼ ਨਾਰਾਇਣ ਸਾਹਿਬ ਤੋਂ ਲੈ ਕੇ ਚੰਦਰ ਸ਼ੇਖਰ ਜੀ ਤੋਂ ਲੈ ਕੇ, ਜਾਂ ਹੋਰ ਤੁਸੀਂ ਆਪਣੇ ਜਿੰਨੇ ਵੀ ਇਹਦਾ ਰੀਜਨਲ ਟਾਈਪ ਦੇ, ਕਰੁਣਾਨਿਧੀ ਜੀ ਨਾਲ ਇਹਨਾਂ ਦਾ, ਵਾਇਕੋ ਸਾਹਿਬ ਨਾਲ ਇਹਨਾਂ ਦਾ ਲੈ ਲਓ, ਇਹ ਸਾਰੇ ਬੰਦਿਆਂ ਦੇ ਨਾਲ, ਜਾਂ ਜਿਹੜੇ ਹੁਣ ਹੈਗੇ ਨੇ ਡਾਕਟਰ ਮਨਮੋਹਨ ਸਿੰਘ ਹੁਣਾਂ ਨਾਲ, ਹੁਣ ਤੁਸੀਂ ਦੇਖ ਲਓ ਜੋ ਡਾਕਟਰ ਮਨਮੋਹਨ ਸਿੰਘ ਹੁਣੀ ਇੱਕ ਪਾਸੇ ਤਾਂ ਦੋਨੋਂ ਜਾਣੇ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜ ਰਹੇ ਸੀ, ਬਾਦਲ ਸਾਹਿਬ ਤੇ ਟੌੜਾ ਸਾਹਿਬ, ਬਾਦਲ ਸਾਹਿਬ ਤੇ ਡਾਕਟਰ ਮਨਮੋਹਨ ਸਿੰਘ। ਡਾਕਟਰ ਮਨਮੋਹਨ ਸਿੰਘ ਹੁਣਾਂ ਬਾਰੇ ਖਬਰ ਆ ਗਈ ਕਿ ਉਹਨਾਂ ਦੀ ਹਾਰਟ ਦੀ ਸਰਜਰੀ ਹੋਣੀ ਹੈ ਇਲੈਕਸ਼ਨ ਕੈਂਪੇਨ ਦੇ ਡਿਊਰਿੰਗ ਜੀ। ਤਾਂ ਬਾਦਲ ਸਾਹਿਬ ਨੇ ਮਨਮੋਹਨ ਸਿੰਘ ਉਹਨਾਂ ਦਾ ਹਾਲ ਚਾਲ ਤਾਂ ਪੁੱਛਿਆ, ਲੇਕਿਨ ਆਹ ਗੱਲ ਨਹੀਂ ਉਹਨਾਂ ਨੂੰ ਦੱਸੀ ਜਿਹੜੀ ਮੈਂ ਦੱਸਣ ਲੱਗਾ, ਕਿ ਹਰਿਮੰਦਰ ਸਾਹਿਬ ਦੇ ਵਿੱਚ ਅਖੰਡ ਪਾਠ ਦਾ ਪਾਠ ਰਖਵਾਇਆ, ਉੱਥੇ ਅਖੰਡ ਪਾਠ ਦੀ ਆਰੰਭਤਾ ਕਰਵਾਈ, ਔਰ 3 ਦਿਨ ਬਾਦਲ ਸਾਹਿਬ ਖੁਦ 1 ਘੰਟਾ ਉੱਥੇ ਜਾ ਕੇ ਹਾਜ਼ਰੀ ਭਰਦੇ ਰਹੇ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਸਿਹਤਯਾਬੀ ਲਈ। ਔਰ ਖਾਸ ਗੱਲ ਇਹ ਹੈ ਵੀ ਸਾਰਾ ਕੁਝ ਕੀਤਾ ਜਿਹੜਾ ਕਿ ਰਿਕਾਰਡ 'ਤੇ ਮਤਲਬ ਸਭ ਨੂੰ ਮੇਰਾ ਪਤਾ ਹੋਏਗਾ, ਲੇਕਿਨ ਬਾਦਲ ਸਾਹਿਬ ਨੇ ਕਦੇ ਆਪ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਗੱਲ ਨਹੀਂ ਦੱਸੀ ਕਿ ਇੱਦਾਂ ਮਤਲਬ ਇੱਕ ਦੂਜੇ ਦੇ ਵਿਰੋਧੀ ਹੋਣ ਦੇ ਬਾਵਜੂਦ ਇੱਕ ਦੂਜੇ ਦਾ ਇੰਨਾ ਰਿਗਾਰਡ। ਬਾਦਲ ਸਾਹਿਬ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਪੋਲੀਟੀਕਲ ਫਾਈਟ ਨੂੰ ਕਦੇ ਵੀ ਨਿੱਜੀ ਛੋਟੇਪਣ 'ਚ ਨਹੀਂ ਲਿਆਂਦਾ, ਉਹ ਜਿਹੜਾ ਉਹ ਅਗਲੇ ਦਾ ਸਤਿਕਾਰ ਬਣਦਾ ਉਹਨੂੰ ਦਿੰਦੇ ਰਹੇ। ਸੋ ਇਹ ਜਿਹੜੀ ਗੱਲ ਹੈ, ਇਹਨਾਂ ਹਾਈਟਸ 'ਤੇ ਪਹੁੰਚਣਾ, ਬੰਦਾ ਇਹਨਾਂ ਛੋਟੀਆਂ ਗੱਲਾਂ ਕਰਕੇ ਜਿਹੜੇ ਅੱਜ ਕੱਲ੍ਹ ਸੋਚਦੇ ਨੇ ਵੀ ਇਹਨੂੰ ਅਸੀਂ ਚਾਲ ਕਰਕੇ ਹਰਾ ਲਾਂਗੇ, ਉਹਨੂੰ ਹਰਾ ਲਾਂਗੇ, ਦੂਜੇ ਨੂੰ ਹਰਾ ਲਵਾਂਗੇ। ਇਕਬਾਲ ਸਾਹਿਬ ਦਾ ਬੜਾ ਫੇਵਰੇਟ ਸੈਂਟੈਂਸ ਹੁੰਦਾ ਸੀਗਾ ਜੀ, ਉਹਨੂੰ ਜੇ ਮੈਂ ਸਮਝਦਾ, ਜੇ ਸਾਰੇ ਆਪਾਂ ਜਿਹੜੇ ਹੋਰ ਨਵੀਂ ਜਨਰੇਸ਼ਨ ਪੋਲੀਟੀਸ਼ੀਅਨ ਦੀ, ਨਵੇਂ ਸਿਆਸਤਦਾਨ, ਉਹ ਕਹਿੰਦੇ ਹੁੰਦੇ ਸੀ ਕਿ ਕਾਕਾ ਜੇ ਤੁਸੀਂ ਜਿਹੜਾ ਹੈ ਨਾ ਦੂਜੇ ਦੀ ਲਕੀਰ ਛੋਟੀ ਕਰਨੀ ਆ, ਤਾਂ ਤੁਸੀਂ ਉਹਨੂੰ ਛੋਟੀ ਨਹੀਂ ਕਰ ਸਕਦੇ, ਆਪਣੀ ਵੱਡੀ ਕਰੋ। ਤੇ ਉਹ ਹਮੇਸ਼ਾ ਹੀ ਇਹਨਾਂ ਨੇ ਇੱਦਾਂ ਕੀਤਾ ਕਿ ਜੇ ਕੋਈ ਗੱਲ ਕਰਨੀ ਹੈ, ਸਪੋਜ਼ ਸਾਬਤ ਕਰਨਾ ਹੈ ਵੀ ਯਾਰ ਕੌਮ ਦੀ ਗੱਲ ਆ ਵੱਡੀ ਹੈ, ਤਾਂ ਉਹਨਾਂ ਨੇ ਮਿਹਨਤ ਨਾਲ ਲੋਕਾਂ ਵਿੱਚ ਜਾ ਕੇ ਹਮੇਸ਼ਾ, ਜਿਹੜੇ ਤੁਸੀਂ ਦੇਖੋ ਅਖੀਰ ਦੇ ਵਿੱਚ ਇਲੈਕਸ਼ਨ ਹਾਰੇ, ਔਰ ਉਹ ਤੋਂ ਬਾਅਦ ਪਤਾ ਸੀ ਵੀ ਹੁਣ ਮੈਂ ਪੋਲੀਟਿਕਸ ਨਹੀਂ ਕਰਨਾ ਕੁਛ ਵੀ, ਲੇਕਿਨ ਦੂਜੇ ਦਿਨ ਹੀ ਲੋਕਾਂ ਦੇ ਘਰਾਂ 'ਚ ਧੰਨਵਾਦ ਕਰਨ ਤੁਰ ਪਏ। ਇਹ ਜਿਹੜਾ ਲੋਕਾਂ ਦੇ ਦਰਾਂ ਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਬੈਠ ਕੇ ਜਿਹੜਾ ਗੱਲ ਇਹ ਸਿਆਸਤ ਕੀਤੀ ਹੈ, ਇਹ ਮਤਲਬ ਗੱਲਾਂ ਨਾਲ ਨਹੀਂ ਹੁੰਦੀ ਹੈ ਜੀ। ਜਿਵੇਂ ਤੁਸੀਂ ਉਹਨਾਂ ਦੇ ਗੁਣਾਂ ਦੀ ਗੱਲ ਕਰ ਰਹੇ ਹੋ, ਤਾਂ ਬਾਦਲ ਸਾਹਿਬ ਜਿੱਡਾ ਕੱਦ ਸੀਗਾ, ਤੁਹਾਨੂੰ ਲੱਗਿਆ ਵੀ ਕਦੇ ਬਾਦਲ ਸਾਹਿਬ ਡਰ ਗਏ ਕਿਸੇ ਗੱਲ ਤੋਂ ਜਾਂ ਸਹਿਮ ਗਏ, ਡਰੇ ਲੱਗਿਆ ਤੁਹਾਨੂੰ ਕਦੇ? ਦੇਖੋ, ਜਿਹੜਾ ਬੰਦਾ ਐਮਰਜੈਂਸੀ ਦੇ ਖਿਲਾਫ ਵਾਹਦ, ਉਹ ਪੂਰਾ ਦੇਸ਼ ਜਿਹੜਾ ਹੈ ਉਹ 'ਚ ਗੁੰਮਸਮ ਹੋ ਗਿਆ ਸੀਗਾ ਜੀ। ਸ਼੍ਰੋਮਣੀ ਅਕਾਲੀ ਦਲ ਦੀ ਅੰਮ੍ਰਿਤਸਰ ਮੀਟਿੰਗ ਹੋਈ, ਉੱਥੇ ਬਹੁਤ ਬੰਦੇ ਇਸ ਤਰ੍ਹਾਂ ਦੇ ਪਾਰਟੀ ਦੇ ਵੱਡੇ ਲੀਡਰ ਸਾਹਿਬਾਨ ਜਿਨ੍ਹਾਂ ਨੂੰ ਇਹ ਮੈਸੇਜ ਉੱਪਰੋਂ ਆ ਰਹੇ ਸੀ, ਬਾਦਲ ਸਾਹਿਬ ਨੇ ਉਹਦੇ ਬਾਰੇ ਗੱਲ ਵੀ ਕੀਤੀ ਹੈ, ਟੌੜਾ ਸਾਹਿਬ ਨੇ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਉੱਤੋਂ ਮੈਸੇਜ ਆ ਰਿਹਾ ਸੀ ਇੰਦਰਾ ਗਾਂਧੀ ਵੱਲੋਂ ਕਿ ਜਿਹੜੀ ਐਮਰਜੈਂਸੀ ਹੈ ਤਾਂ ਪੂਰੇ ਦੇਸ਼ ਚਲਾਈ ਹੈ, ਤੁਸੀਂ ਇਕੱਲੇ ਲੜੀ ਜਾਂਦੇ ਆ, ਤੇ ਤੁਸੀਂ ਆਪਣਾ ਪੰਜਾਬ ਸੰਭਾਲੋ, ਮੈਨੂੰ ਤੁਸੀਂ ਜੋ ਕਹੋ, ਪੰਜਾਬ ਜੋ ਮਰਜ਼ੀ ਕਰੋ, ਤੁਸੀਂ ਆਪਣੀ ਸਰਕਾਰ ਬਣਾਓ, ਜਿਵੇਂ ਮਰਜ਼ੀ ਕਰੋ ਜੀ। ਤਾਂ ਕੁਛ ਸਾਡੇ ਲੀਡਰ ਸਾਹਿਬਾਨ ਸੀਗੇ ਜਿਹੜੇ ਮਤਲਬ ਹੁੰਦਾ ਕਈ ਵਾਰੀ, ਤਾਂ ਉਹਨਾਂ ਨੂੰ ਲੱਗਾ ਵੀ ਆਪਾਂ ਹਾਂ ਗੱਲ ਤਾਂ ਠੀਕ ਲੱਗਦੀ ਹੈ ਵੀ ਆਪਾਂ ਇਕੱਲੇ ਲੜਾਈ ਕਰਨੀ, ਆਪਾਂ ਆਪਣੇ ਪੰਜਾਬ ਦੀਆਂ ਮੰਗਾਂ ਹੀ ਸਿਰਫ ਕਰੀਏ, ਬਾਕਾ ਆਹ ਗੱਲ ਇਕੱਲੇ ਕਰਨੀ ਆ। ਤਾਂ ਬਾਦਲ ਸਾਹਿਬ ਬਾਹਰ ਸੀ ਜਿਨ੍ਹਾਂ ਨੇ ਕਿਹਾ ਸੀ ਵੀ ਫਿਰ ਜਿਹੜਾ ਆਪਾਂ ਕਹਿੰਦੇ ਹਾਂ ਕਿ ਪੈ ਕਾਹੂ ਕੋ ਦੇ ਨਾ ਪੈ ਮਾਨਤ ਆਨ, ਤਾਂ ਉਹਦਾ ਕੀ ਬਣੇਗਾ ਫਿਰ? ਨਾਲੇ ਜਿਹੜਾ ਅਸੀਂ ਜਿਹੜੇ ਕਹਿੰਦੇ ਹਾਂ ਵੀ ਹਰੇਕ ਮਜ਼ਲੂਮ ਦੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਾ ਕੇ ਕਸ਼ਮੀਰੀ ਪੰਡਤਾਂ ਦੀ ਜਿਹੜੀ ਵਾਸਤੇ ਸ਼ਹਾਦਤ ਦਿੱਤੀ ਹੈ, ਜਾਂ ਹੋਰ ਨਾ ਅਸੀਂ ਜਿੱਥੇ ਵੀ ਕਿਸੇ 'ਤੇ ਜ਼ੁਲਮ ਹੁੰਦਾ ਅਸੀਂ ਉਹਦੇ ਨਾਲ ਖੜਦੇ ਹਾਂ, ਉਹਦਾ ਕੀ ਬਣੇਗਾ ਫਿਰ ਕੌਣ? ਫਿਰ ਉਹ ਬਾਦਲ ਸਾਹਿਬ ਨੇ ਉਸ ਮੀਟਿੰਗ ਦੇ ਵਿੱਚ
ਜ਼ੋਰਦਾਰ ਸਟੈਂਡ ਲਿਆ ਸੀ ਤਾਂ ਐਮਰਜੈਂਸੀ ਦੇ ਖਿਲਾਫ ਮੋਰਚਾ ਸ਼ੁਰੂ ਹੋਇਆ। ਸਭ ਤੋਂ ਪਹਿਲੀ ਗ੍ਰਿਫਤਾਰੀ ਬਾਦਲ ਸਾਹਿਬ ਨੇ ਦਿੱਤੀ ਸੀ। ਉਹ ਤੋਂ ਨਹੀਂ ਕੋਈ ਡਰਿਆ। ਦੇਸ਼ ਦੇ ਖਿਲਾਫ ਜੰਗ ਛੇੜਨ ਦੇ ਮੁਕੱਦਮੇ ਇਹਨਾਂ ਤੇ ਬਣੇ, ਇਹਨਾਂ ਨੂੰ ਜੇਲ੍ਹਾਂ 'ਚ ਡੱਕਾ ਗਿਆ। ਹੁਣ ਤਾਂ ਕਿਸੇ ਨੂੰ ਇੱਧਰੋਂ ਭੇਜ ਦਿਓ ਉੱਧਰ ਭੇਜ ਦਿਓ, ਬੜੀ ਵੱਡੀ ਗੱਲ ਬਣ ਜਾਂਦੀ ਹੈ। ਬਾਦਲ ਸਾਹਿਬ ਨੂੰ 4 ਫੁੱਟ ਬਾਈ 6 ਫੁੱਟ, ਹਾਲਾਂਕਿ ਬਾਦਲ ਸਾਹਿਬ ਦਾ ਕੱਦ ਜਿਹੜਾ ਆਪਣਾ 6 ਫੁੱਟ ਦੇ ਨੇੜੇ ਸੀ ਜੀ, ਜੇਲ੍ਹ ਦੇ ਵਿੱਚ ਜਿਹੜਾ ਇੱਕ ਜੰਗਲ ਆ ਜਾਏ ਸਮਝ ਲਓ, ਜਿਹਨੂੰ ਜਿੱਥੇ ਤੁਸੀਂ ਮੈਂ ਹੁਣ ਬੁਰਾ ਲੱਗੂਗਾ ਕਹਿੰਦਾ, ਜਿੱਥੇ ਜਾਨਵਰਾਂ ਨੂੰ ਵੀ ਉੱਥੇ ਰੱਖਿਆ ਨਹੀਂ ਜਾਂਦਾ ਹੁੰਦਾ, ਉੱਦਾਂ ਦੇ ਵਿੱਚ 19 ਮਹੀਨੇ ਬਾਹਰ ਆਉਣ ਦੀ ਮਤਲਬ ਕਿ ਸਿਰਫ ਟਾਇਲਟ ਤੋਂ ਇਲਾਵਾ ਕੋਈ ਇਜਾਜ਼ਤ ਨਹੀਂ ਸੀਗੀ। ਉੱਥੇ ਲੈ ਕੇ ਨਹੀਂ ਡਰਿਆ ਬੰਦਾ, ਹੋਰ ਵੱਡੀਆਂ ਤੋਂ ਵੱਡੀਆਂ ਗੱਲਾਂ ਆਈਆਂ ਨਹੀਂ ਡਰਿਆ। ਤਾਂ ਡਰਨ ਦਾ ਦੇਖੋ ਇਹ ਦੇਖੋ ਤੁਸੀਂ ਦੇਖਿਆ ਹੋਣਾ ਵੀ ਉਹ ਅਕਸਰ ਉਹ ਸਟੇਜ ਦੇ ਤੋਂ ਕਹਿੰਦੇ ਹੁੰਦੇ ਸੀ ਕਿ ਨਾ ਪੈ ਕਾਹੂ ਕੋ ਦੇਤਨਾ ਨਾ ਪੈ ਮਾਨਤਾ। ਵੀ ਅਸੀਂ ਇਸ ਗੁਰੂ ਮਹਾਰਾਜ ਦੀ ਇਸ ਫਿਲਾਸਫੀ ਦੇ ਅਸੀਂ ਧਾਰਨੀ ਆ, ਅਸੀਂ ਇਹਦੇ ਤੇ ਉੱਤੇ ਚੱਲ ਕੇ ਆਪਣਾ ਕੰਮ ਕਰਦੇ ਹਾਂ। ਆਪਾਂ ਵੈਸੇ ਹੁਣ ਗੁਣਾਂ ਦੀ ਗੱਲ ਕਰ ਰਹੇ ਹਾਂ ਵੀ ਆਹ ਵੱਡੇ ਗੁਣ ਸੀਗੇ, ਤੁਹਾਨੂੰ ਲੱਗਿਆ ਕੋਈ ਬਾਦਲ ਸਾਹਿਬ 'ਚ ਕੋਈ ਇਹ ਵੀ ਔਗਣ ਕੋਈ ਲੱਭਿਆ ਹੋਵੇ ਤੁਹਾਨੂੰ ਇੰਨੇ ਸਾਲਾਂ ਦੇ ਵਿੱਚ ਵੀ ਆਹ ਵੱਡਾ ਔਗਣ ਸੀ? ਕਿਉਂਕਿ ਬੰਦਾ ਜਿਹੜਾ ਗੁਣ ਤੇ ਔਗਣ ਦਾ ਸੁਮੇਲ ਹੈ। ਦੇਖੋ ਜੇ ਤੁਸੀਂ ਨਹੀਂ, ਉਹ ਤਾਂ ਬਿਲਕੁਲ ਸਹੀ ਗੱਲ ਆ। ਦੇਖੋ ਕੋਈ ਵੀ ਇਨਸਾਨ ਹੈ, ਕਹਿੰਦੇ ਹੁੰਦੇ ਆ ਵੀ ਭੁੱਲਣ ਸਾਰੇ ਆਪਾਂ ਭੁੱਲਣਹਾਰੀ ਹਾਂ ਅਤੇ ਭੁੱਲ ਗੁਰੂ ਤਾਂ ਕਰਤਾਰ ਹੀ ਹੈ ਸਿਰਫ। ਉਹ ਤਾਂ ਇੱਦਾਂ ਬਹੁਤ ਕੁਛ ਹੋਏਗਾ, ਤੁਸੀਂ ਉਹਦੀ ਕਿਤੇ ਗੱਲ ਕਰੋਗੇ ਤਾਂ ਮੈਂ ਕੋਈ ਖਾਸ ਗੱਲ ਕਰੋਗੇ ਤਾਂ ਮੈਂ ਤੁਹਾਨੂੰ ਬਿਲਕੁਲ ਇਮਾਨਦਾਰੀ ਨਾਲ ਦੱਸ ਦਾਂਗਾ ਵੀ ਆਹ ਉੱਥੇ ਕਮਜ਼ੋਰੀ ਹੋਈ ਜਾਂ ਕੀ ਹੋਇਆ। ਲੇਕਿਨ ਜਿਹੜਾ ਆਪਾਂ ਜਦੋਂ ਆਪਾਂ ਉਹਨਾਂ ਦੀ ਪਿਕਚਰ ਦੇਖਦੇ ਹਾਂ ਸਾਰੀ ਲਾਈਫ ਦੀ, ਅਤੇ ਆਪਾਂ ਦੇਖੋ ਬੰਦੇ ਨੂੰ ਨਾਪਣਾ ਕਿਵੇਂ ਹੁੰਦਾ, ਨਾਪਣਾ ਇੱਦਾਂ ਹੁੰਦਾ ਕਿ ਬਾਕੀ ਇਨਸਾਨਾਂ ਦੇ ਮੁਕਾਬਲੇ ਜਾਂ ਆਪਣੇ ਯੁੱਗ ਦੇ ਮੁਕਾਬਲੇ ਜਾਂ ਸਾਰੇ ਯੁੱਗਾਂ ਦੇ ਵਿੱਚ ਜਿਹੜੇ ਇਸ ਨੇਚਰ ਦੇ ਬੰਦੇ ਹੋਏ ਉਹਨਾਂ ਦੇ ਮੁਕਾਬਲੇ ਕਿੱਥੇ ਠਹਿਰਦਾ ਬੰਦਾ। ਤੋ ਉੱਥੇ ਮੈਂ ਸਮਝਦਾ ਕਿ ਜਿਹੜਾ ਬਾਦਲ ਸਾਹਿਬ ਦਾ ਮੁਕਾਮ ਹੈ, ਜਿਹੜਾ ਕਿ ਉਹਨਾਂ ਨੇ ਕੋਈ ਮੀਡੀਆ ਮੈਨੇਜ ਕਰਕੇ ਜਾਂ ਸਮਝ ਲਓ ਕਿ ਆਪਣੀਆਂ ਪਬਲਿਸਿਟੀ ਕਰਕੇ ਇੱਦਾਂ ਨਹੀਂ ਬਣਾਇਆ, ਲੋਕਾਂ ਨੇ ਜਾ ਕੇ ਉਹ ਸਥਾਨ ਬਣਾਇਆ ਮਿਹਨਤ ਕਰਕੇ। ਉਹ ਸਥਾਨ ਜਿਹੜਾ ਹੈ ਉਹ ਬਹੁਤ ਵੱਡਾ। ਤਾਂ ਮੈਂ ਕਹਿ ਰਿਹਾ ਹਾਂ, ਜੇ ਤੁਸੀਂ ਕਮਜ਼ੋਰੀਆਂ ਦੇ ਖਾਸ ਪ੍ਰੋਗਰਾਮ ਰੱਖ ਲਿਓ ਵੀ ਆ ਸਾਡੇ ਲੱਗਦਾ, ਫਿਰ ਆਪਾਂ ਉਹਨਾਂ ਇਮਾਨਦਾਰੀ ਉੱਤੇ ਗੱਲ ਕਰਾਂਗੇ। ਮੇਰੀ ਨਿਗਾਹ ਦੇ ਵਿੱਚ ਜੇ ਆਪਾਂ ਸਮੁੱਚੇ ਤੌਰ 'ਤੇ ਲਵਾਂਗੇ ਤਾਂ ਬਾਦਲ ਸਾਹਿਬ ਇੱਕ ਬਹੁਤ ਹੀ ਮਤਲਬ ਇੱਕ ਅਨਪ੍ਰੈਸੀਡੈਂਟਡ ਜਿਹੜੇ ਹੈਗੇ ਸਟੇਟਸਮੈਨ ਦੇ ਤੌਰ ਦੇ ਉੱਤੇ ਪੰਜਾਬ 'ਚੋਂ ਐਮਰਜ ਹੁੰਦੇ। ਨਾ ਕੋਈ ਪੰਜਾਬ ਦਾ ਮੁੱਖ ਮੰਤਰੀ ਇਸ ਸਥਾਨ ਤੱਕ ਪਹੁੰਚਿਆ ਅਤੇ ਨਾ ਹੀ ਅਜੇ ਜਿਹੜੇ ਲੱਗ ਰਿਹਾ ਸਾਨੂੰ ਸਾਹਮਣੇ ਵੀ ਇਸ ਸਥਾਨ ਤੱਕ ਅਜੇ ਅਗਲੇ 2 4 5 10 ਸਾਲਾਂ ਤੱਕ ਨਹੀਂ ਲੱਗ ਰਿਹਾ। ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਤੁਹਾਡੀਆਂ ਉਹਨਾਂ ਦੇ ਨਾਲ ਹੈਗੀਆਂ ਨੇ। ਦਿਲ ਦੇ ਕਰੀਬ ਕਿਹੜੀਆਂ ਯਾਦਾਂ ਨੇ? ਦਿਲ ਦੇ ਕਰੀਬ ਕੋਈ ਘਟਨਾ ਹੋਵੇ, ਕੋਈ ਕਿੱਸਾ ਹੋਵੇ, ਮੈਂ ਕਹੂੰਗਾ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰੋ, ਕਿਉਂਕਿ ਉਹ ਜਿਹੜੇ ਨਵੇਂ ਸਿਆਸਤਦਾਨ ਨੇ ਉਹਨਾਂ ਦੇ ਲਈ ਜ਼ਰੂਰ ਪ੍ਰੇਰਨਾ ਸਰੋਤ ਬਣੇ ਹੋ। ਦੇਖੋ ਉਹ ਇਸ ਤਰ੍ਹਾਂ ਹੁੰਦਾ ਕਿ ਕੋਈ ਗੱਲ ਕਈ ਵਾਰੀ ਇੱਦਾਂ ਹੁੰਦਾ, ਮੈਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਕਿ ਜਦੋਂ ਬਾਦਲ ਸਾਹਿਬ ਨੇ ਮੇਰੀ, ਕਿਉਂਕਿ ਮੈਂ ਬੇਸਿਕਲੀ ਰਾਈਟਰ ਹਾਂ, ਮੈਨੂੰ ਮੇਰੀ ਪਹਿਚਾਣ ਇੱਕ ਰਾਈਟਰ ਦੇ ਤੌਰ 'ਤੇ, ਪੋਲੀਟੀਸ਼ੀਅਨ ਤਾਂ ਮੈਂ ਹੈ ਨਹੀਂ, ਨਾ ਮੈਂ ਕਦੇ ਇਲੈਕਸ਼ਨ ਲੜਨੀ ਸੀ ਨਾ ਲੜੀ, ਨਾ ਹੀ ਕੋਈ ਵਜ਼ੀਰੀਆਂ ਉਹ ਮੇਰੀ ਕੰਪੀਟੈਂਸ ਨਹੀਂ ਹੈ, ਮੇਰੇ 'ਚ ਉਹ ਕਾਬਲੀਅਤ ਹੀ ਨਹੀਂ ਹੈ। ਲੇਕਿਨ ਲਿਖਣ ਦਾ ਮੈਨੂੰ ਸ਼ੌਕ ਹੈਗਾ, ਤਾਂ ਮੈਂ ਇਸ ਕਰਕੇ ਨਾ ਬਾਦਲ ਸਾਹਿਬ 'ਤੇ ਕਿਤਾਬ ਲਿਖਣੀ ਚਾਹੁੰਦਾ ਸੀ। ਅਤੇ ਉਹ ਜਿਹੜੀ ਕਿ ਮੈਂ ਚਾਹੁੰਦਾ ਸੀ ਬਾਦਲ ਸਾਹਿਬ ਜਿਹੜੇ ਨੇ ਉਹ ਇੱਕ ਆਥੋਰਾਈਜ਼ਡ ਬੁੱਕ ਹੁੰਦੀ ਹੈ ਨਾ, ਕਿ ਮਤਲਬ ਬਾਦਲ ਸਾਹਿਬ ਖੁਦ ਜਿਹੜੇ ਉਹ ਕਹਿੰਦੇ ਵੀ ਚਲੋ ਠੀਕ ਹੈ ਜੀ ਇਹ ਕਿਤਾਬ ਜਿਹੜੀ ਹੈ ਮਤਲਬ ਮੇਰੀ ਨੌਲੇਜ ਲਿਖੀ ਜਾ ਰਹੀ ਹੈ ਵੀ ਇਸ ਤਰ੍ਹਾਂ ਹੋ ਜਾਏ। ਤਾਂ ਮੈਂ ਬਹੁਤ ਉਹਨਾਂ ਦਾ ਇਸ ਗੱਲੋਂ ਉਹਨਾਂ ਦੇ ਪਿੱਛੇ ਰਿਹਾ ਵੀ ਬਾਦਲ ਸਾਹਿਬ ਮੈਨੂੰ ਇੱਕ ਕਿਤਾਬ ਇੱਦਾਂ ਦੀ ਲਿਖ ਲੈਂਦੇ ਹੋ ਜਿਹੜੀ ਆਥੋਰਾਈਜ਼ਡ ਬੁੱਕ ਹੋਵੇ, ਜਿਹਨੂੰ ਕਿ ਤੁਸੀਂ ਮਤਲਬ ਸਮਝੋ ਵੀ ਤੁਸੀਂ ਇਹ ਨਾ ਕਹਿ ਦਿਓ ਕੱਲ੍ਹ ਨੂੰ ਵੀ ਨਹੀਂ ਇਹ ਤਾਂ ਨਹੀਂ ਸੀ ਕਿ ਨਹੀਂ ਇੱਦਾਂ ਨਾ ਹੋਵੇ, ਮਤਲਬ ਜਿਹੜੀ ਗੱਲ ਸਹੀ ਆਪਾਂ ਕਰੀਏ, ਤੁਹਾਡੇ ਬਹੁਤ ਕੁਛ ਦੱਸਣ ਵਾਲਾ। ਉਹਨਾਂ ਦਾ ਅਕਸਰ ਜਵਾਬ ਇਹੀ ਹੁੰਦਾ ਸੀ, ਕਾਕਾ ਜੋ ਮੈਂ ਕੰਮ ਕਰਦਾ ਹਾਂ ਉਹ ਲੋਕਾਂ ਦੇ ਸਾਹਮਣੇ ਆ ਅਤੇ ਦੱਸਣਾ ਕੀ ਆ। ਮੈਂ ਜਦੋਂ ਕਿਤਾਬ ਦੀ ਗੱਲ ਕਰਦਾ ਸੀ ਤਾਂ ਉਹਨਾਂ ਦਾ ਇੱਕ ਫੇਵਰੇਟ ਸੈਂਟੈਂਸ ਹੁੰਦਾ ਸੀ ਕਿ ਮਾਈ ਲਾਈਫ ਇਜ਼ ਐਨ ਓਪਨ ਬੁੱਕ, ਮੇਰੀ ਜ਼ਿੰਦਗੀ ਖੁੱਲ੍ਹੀ ਕਿਤਾਬ ਆ, ਤੁਸੀਂ ਬੰਦ ਕਿਉਂ ਕਰਨੀ ਹੈ ਇਹਨੇ। ਲੇਕਿਨ ਨਾਲ ਫਿਰ ਜਦੋਂ ਮੈਂ ਬਹੁਤ ਜ਼ਿੱਦ ਕਰਦਾ ਸੀਗਾ, ਮੈਂ ਬੱਚਿਆਂ ਵਾਂਗੂ ਉਹਨਾਂ ਨਾਲ ਜ਼ਿੱਦ ਕਰ ਲੈਂਦਾ ਸੀਗਾ, ਤਾਂ ਫਿਰ ਉਹ ਮੈਨੂੰ ਕਹਿੰਦੇ ਸੀ ਵੀ ਮਤਲਬ ਮੈਨੂੰ ਲੱਗਦਾ ਵੀ ਸੀਗਾ, ਦੁੱਖ ਹੁੰਦਾ ਸੀ ਜਦੋਂ ਕਹਿੰਦੇ ਸੀਗੇ, ਅਤੇ ਕਿਉਂਕਿ ਉਹ ਗੱਲ ਚੰਗੀ ਨਹੀਂ ਲੱਗਦੀ ਸੀ ਕਿ ਉਹ ਕਹਿੰਦੇ ਸੀ ਕਾਕਾ ਮੇਰੇ ਜਾਣ ਤੋਂ ਬਾਅਦ ਲਿਖ ਲਿਓ। ਤੋ ਉਹ ਹੁਣ ਮੈਨੂੰ ਨਹੀਂ ਪਤਾ ਹੈ ਕਿ ਮੈਂ ਲਿਖ ਪਾਵਾਂਗਾ ਕਿ ਨਹੀਂ ਲਿਖ ਪਾਵਾਂਗਾ, ਲੇਕਿਨ ਮੇਰੇ ਦਿਲ ਦੀ ਇੱਛਾ ਹੈਗੀ ਹੈ ਕਿ ਬਹੁਤ ਕੁਛ ਐਸਾ ਜਿਹੜਾ ਅੱਜ ਦੇ ਪ੍ਰੋਗਰਾਮ 'ਚ ਨਹੀਂ ਬਿਲਕੁਲ ਹੋ ਸਕਦਾ, ਬਹੁਤ ਲੰਬੀਆਂ ਗੱਲਾਂ ਨੇ, ਕਿ ਉਹ ਜ਼ਰੂਰ ਲੋਕਾਂ ਦੇ ਸਾਹਮਣੇ ਕਈ ਐਸੇ ਰਾਜ਼, ਕਈ ਚੈਪਟਰਸ ਐਸੇ, ਕਈ ਜਿਹੜੀਆਂ ਗੱਲਾਂ ਬਾਦਲ ਸਾਹਿਬ ਨੂੰ ਉਹਨਾਂ ਦਾ ਸੁਭਾਅ ਸੀਗਾ ਜਿਹੜਾ, ਉਸ ਕਰਕੇ ਉਹ ਬਾਹਰ ਉਹਨਾਂ ਨੇ ਲਿਆਂਦੀਆਂ ਨਹੀਂ ਕਦੇ। ਕੋਈ ਘਟਨਾ ਮੈਂ ਕਹੂੰਗਾ ਜ਼ਰੂਰ ਇੱਕ ਸਾਂਝੀ ਕਰ ਲਓ, ਘਟਨਾ ਕੋਈ ਕਿਤੇ ਦੀ ਹੋਵੇ ਜਿਹੜੀ ਤੁਹਾਨੂੰ ਲੱਗਦਾ ਹੋਵੇ ਵੀ ਬਹੁਤ ਇਹ ਸਾਂਝੀ ਜ਼ਰੂਰ ਕਰਨੀ ਚਾਹੀਦੀ ਹੈ। ਨਹੀਂ ਇਹਦਾ ਬਹੁਤ ਕੁਛ ਹੈ। ਮੈਂ ਜਿਹੜਾ ਹੈਗਾ ਮਤਲਬ ਤੁਹਾਨੂੰ ਇੱਕ ਅੱਧੀ ਗੱਲ ਤਾਂ ਕੀ ਦੱਸਾਂ, ਵੈਸੇ ਚਲੋ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਕਿ ਇੱਕ ਵਾਰੀ ਉਹ ਜਦੋਂ ਜੇਲ੍ਹ 'ਚ ਸੀਗੇ, ਪਚਮੜੀ ਜੇਲ੍ਹ 'ਚ ਸੀਗੇ ਜੀ, ਅਤੇ ਕਿਉਂਕਿ ਬਾਦਲ ਸਾਹਿਬ ਨੇ ਆਪ ਨਹੀਂ ਕਦੇ ਗੱਲ ਕੀਤੀ, ਇਸ ਕਰਕੇ ਮੈਂ ਦੱਸ ਦਿੰਦਾ ਕਿ ਮਤਲਬ ਅਲੱਗ ਕਿਸਮ ਦੀ ਗੱਲ ਹੋਏਗੀ ਕਿ ਉੱਥੇ ਮੈਨੂੰ ਸ਼ਾਇਦ ਪ੍ਰਧਾਨ ਸਾਹਿਬ ਸੀਗੇ, ਪ੍ਰਧਾਨ ਉਹਨਾਂ ਦਾ ਨਾਂ ਸੀਗਾ ਪ੍ਰਾਈਮ ਮਿਨਿਸਟਰ ਸਾਹਿਬ ਦੇ,
ਖਾਸ ਅਫਸਰ ਸੀਗੇ ਉਹ, ਜੀ ਔਰ ਬੜੀ ਉਹਨਾਂ ਦੀ ਉਸ ਲਈ ਗੱਲਬਾਤ ਸੀਗੀ। ਤੋ ਉਹ ਇਹਨਾਂ ਨੂੰ ਉੱਥੇ ਜੇਲ੍ਹ 'ਚ ਮਿਲਣ ਗਏ ਜਦੋਂ ਬਾਲ ਸਾਹਿਬ ਜੇਲ੍ਹ 'ਚ ਸੀਗੇ। ਇਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਬਣਾਇਆ ਹੋਇਆ ਸੀਗਾ। ਹੂੰ ਉਹ ਇਹਨਾਂ ਨੂੰ ਜੇਲ੍ਹ 'ਚ ਮਿਲਣ ਗਏ ਕਿ ਅਸੀਂ ਪੰਜਾਬ ਦਾ ਹੱਲ ਚਾਹੁੰਦੇ ਹਾਂ ਅਤੇ ਤੁਸੀਂ ਸਾਨੂੰ ਜਿਹੜਾ ਹੈਗਾ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਹੂੰ ਅਤੇ ਉਹ ਜਿਹੜਾ ਜੇਲ੍ਹ ਦਾ ਵਾਰਡਨ ਸੀਗਾ ਉਹਨੇ ਬਾਲ ਸਾਹਿਬ ਨੇ ਸੁਨੇਹਾ ਪਹੁੰਚਾ ਦਿੱਤਾ ਜੀ ਪ੍ਰਧਾਨ ਸਾਹਿਬ ਤੁਹਾਨੂੰ ਮਿਲਣ ਆ ਰਹੇ ਨੇ। ਉਹ ਮੇਰਾ ਪੂਰਾ ਨਾਮ ਭੁੱਲ ਗਿਆ ਉਹਨਾਂ ਦਾ ਕੀ ਸੀਗਾ, ਕੇ ਪ੍ਰਧਾਨ ਸੀ ਜਾਂ ਕੁਛ ਇੱਦਾਂ। ਅਤੇ ਬਾਦਲ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਮਿਲਣਾ ਇੱਦਾਂ। ਜੀ ਅਤੇ ਫਿਰ ਉਹ ਕਹਿੰਦੇ ਜੀ ਉਹ ਤਾਂ ਹੁਣ ਆ ਗਏ ਐਡੇ ਵੱਡੇ ਅਫਸਰ ਆ ਵੀ ਮੈਂ ਤਾਂ ਇੱਥੇ ਛੋਟਾ ਜਿਹਾ ਹੈਗਾ, ਮੈਂ ਕਿੱਦਾਂ ਉਹਨਾਂ ਨੂੰ ਮਨਾ ਕਰ ਸਕਦਾ। ਉਹ ਕਹਿੰਦੇ ਕਾਕਾ ਤੇਰੀ ਮਜਬੂਰੀ ਹੈ, ਤੂੰ ਨਹੀਂ ਰੋਕਣਾ ਨਾ ਰੋਕੀ, ਪਰ ਮੈਂ ਨਹੀਂ ਮਿਲਣਾ ਉਹਨਾਂ ਨੂੰ। ਤਾਂ ਬਾਦਲ ਸਾਹਿਬ ਨੇ ਕੀ ਹੋਇਆ ਕਿ ਉਹ ਇੱਕ ਉਹ ਜਿਹੜੇ ਜਿਸ ਜੇਲ੍ਹ ਸੀਗਾ ਉਹ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀਗਾ, ਉਹ ਅੰਦਰੋਂ ਕੁੰਡੀ ਲਾ ਲਈ ਅਤੇ ਬਾਹਰੋਂ ਉਹ ਕਿੰਨੀ ਦੇਰ ਉਹ ਦਰਵਾਜ਼ਾ ਖੜਕਾਉਂਦੇ ਰਹੇ। ਬਾਦਲ ਸਾਹਿਬ ਪ੍ਰਧਾਨ ਸਾਹਿਬ ਆਏ ਆ, ਉਹਨਾਂ ਨੇ ਵੀ ਆਵਾਜ਼ ਦਿੱਤੀ ਕਿ ਮੈਂ, ਤਾਂ ਉਹ ਕਹਿੰਦੇ ਜੀ ਕੋਈ ਨਹੀਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈਂ ਗੱਲ ਨਹੀਂ ਕਰਨੀ ਹੈ। ਤਾਂ ਉਹ ਜਿਹੜੀ ਗੱਲ ਹੈ ਮੈਂ ਕਿ ਮੇਰੀ ਬਾਦਲ ਸਾਹਿਬ ਨੂੰ ਪੁੱਛੀ ਵੀ ਜੀ ਤੁਸੀਂ ਮਿਲਣ 'ਚ ਕੀ ਹਰਜ ਸੀਗਾ, ਨਹੀਂ ਗੱਲ ਮੰਨਣੀ ਸੀ, ਨਹੀਂ ਮੰਨਦੇ ਜੀ। ਉਹ ਕਹਿੰਦੇ ਜੀ ਤੁਹਾਨੂੰ ਨਹੀਂ ਪਤਾ ਹੈ, ਇਹਨਾਂ ਨੇ ਕੋਈ ਗੱਲ ਪੰਜਾਬ ਦੀ ਮੰਨਣੀ ਨਹੀਂ, ਮੈਂ ਉਹਨਾਂ ਨੂੰ ਮਿਲ ਕੇ ਇਹਨਾਂ ਨੇ ਸਿਰਫ ਇੰਨੀ ਗੱਲ ਬੁਲਾਉਣੀ ਸੀ ਅਤੇ ਬਾਕੀ ਲੀਡਰਾਂ ਨੂੰ ਜਾ ਕੇ ਕਹਿ ਦੇਣਾ ਸੀ ਕਿ ਬਾਦਲ ਸਾਹਿਬ ਨਾਲ ਗੱਲ ਹੋ ਗਈ ਹੈ ਜੀ, ਉਹ ਤਾਂ ਮੰਨ ਗਏ ਜੀ। ਤੇ ਕਹਿੰਦੇ ਫਿਰ ਉਹ ਦੂਜੇ ਬੰਦੇ ਕਮਜ਼ੋਰ ਪੈ ਜਾਂਦੇ ਆ। ਕਹਿੰਦੇ ਮੈਂ ਇੱਕੋ ਹੀ ਸ਼ਰਤ ਮੇਰੀ ਹਮੇਸ਼ਾ ਰਹੀ ਹੈ, ਜਦੋਂ ਵੀ ਗੱਲਬਾਤ ਹੋਵੇ ਉਹ ਸਾਰੇ ਅਸੀਂ ਲੀਡਰ ਸਾਹਿਬਾਨ ਬੈਠਾਂਗੇ, ਸਾਰੇ ਡਿਸਕਸ ਕਰਾਂਗੇ, ਜੋ ਸਾਰੇ ਫੈਸਲਾ ਕਰਨਗੇ ਉਹ ਫੈਸਲਾ ਹੋਏਗਾ, ਹੋਰ ਕੋਈ ਨਾ ਇਕੱਲਾ ਮੈਂ ਕਰ ਸਕਦਾ, ਨਾ ਕੋਈ ਇਕੱਲਾ ਹੋਰ ਕਰ ਸਕਦਾ। ਸੋ ਇਸ ਤਰ੍ਹਾਂ ਦੀਆਂ ਹੋਰ ਬਹੁਤ ਯਾਦਾਂ ਨੇ ਇਹਨਾਂ ਦੀਆਂ। ਵੈਸੇ ਸਾਹਿਬ ਸਿਆਸਤ ਦੇ ਵਿੱਚ ਤੁਹਾਡਾ ਵੀ ਬਹੁਤ ਤਜਰਬਾ ਉਹਨਾਂ ਦੇ ਨਾਲ ਰਹੇ ਹੋ, ਹੈ ਨਾ, ਪਰ ਅੱਜ ਜਿੱਥੇ ਆ ਕੇ ਅਕਾਲੀ ਦਲ ਖੜਾ ਹੈ, ਤੁਹਾਨੂੰ ਅਕਾਲੀ ਦਲ ਦਾ ਭਵਿੱਖ ਕੀ ਨਜ਼ਰ ਆ ਰਿਹਾ? ਕਿਉਂਕਿ 2022 'ਚ 3 ਸੀਟਾਂ ਰਹਿ ਗਈਆਂ, ਉਹ ਤੋਂ ਪਹਿਲਾਂ ਵੀ 2017 'ਚ ਵੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੇ ਨਕਾਰਤਾ, ਅਤੇ ਅੱਜ ਭਵਿੱਖ ਕੀ ਦੇਖਦੇ ਹੋ? ਜਿਹੜਾ ਹੁਣ ਜਿੱਥੇ 3 ਸੀਟਾਂ ਨੇ, ਇਹ ਕਿਵੇਂ ਮਤਲਬ ਇਹ ਸੀਟਾਂ ਵੱਧ ਸਕਦੀਆਂ ਨੇ, ਕਿਵੇਂ ਸੱਤਾ ਜਿਹੜੀ ਹੈ ਉਹ ਅਕਾਲੀ ਦਲ ਦੁਆਰੇ ਹਾਸਲ ਕਰ ਸਕਦਾ? ਦੇਖੋ ਮੈਂ ਨਾ ਸੀਟਾਂ ਨੂੰ ਐਡਾ ਨਹੀਂ ਸਮਝਦਾ ਵੀ ਠੀਕ ਆ, ਉਹ ਇੱਕ ਤਰ੍ਹਾਂ ਨਾਲ ਤੁਹਾਡੀ ਗੱਲ ਨਾਲ ਮੈਂ ਇਹ ਵੀ ਨਹੀਂ ਕਹਿੰਦਾ ਕਿ ਨਹੀਂ ਇਹਦਾ ਕੋਈ ਫਰਕ ਨਹੀਂ ਪੈਂਦਾ, ਇੱਦਾਂ ਤਾਂ ਹੈ ਨਹੀਂ, ਆਧਾਰ ਦਾ ਪਤਾ ਲੱਗਦਾ। ਨਹੀਂ ਮੈਂ ਦੱਸਦਾ ਉਹਨੂੰ, ਉਹ ਜਿਹੜੀ ਹੈ ਗੱਲ ਤੁਹਾਡੀ ਸਵਾਲ ਬਿਲਕੁਲ ਵਾਜਬ ਹੈ, ਲੇਕਿਨ ਮੈਂ ਜਿਹੜਾ ਸਮਝਦਾ ਵੀ ਅਸਲੀ ਗੱਲ ਕੀ ਹੈ। ਅਸਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਔਖੇ ਦੌਰਾਂ ਵਿੱਚੋਂ ਵੀ ਗੁਜ਼ਰਿਆ, ਚੰਗਿਆਂ 'ਚੋਂ ਵੀ ਗੁਜ਼ਰਿਆ, ਲੇਕਿਨ ਜਿਹੜੀ ਇੱਕ ਗੱਲ ਇਕੱਠੀ ਰਹੀ, ਸਾਂਝੀ ਰਹੀ ਜੀ, ਉਹ ਸਾਰੇ ਗੱਲਾਂ ਦੇ ਵਿੱਚ ਉਹ ਕਾਮਨ ਸੀ, ਉਹ ਸੀ ਕਿ ਪੰਥਕ ਜਜ਼ਬਾ ਜਿਹੜਾ ਉਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਬਣਾ ਕੇ ਰੱਖਿਆ। ਉਸੇ ਹੀ ਜਜ਼ਬੇ 'ਚੋਂ ਦੁਬਾਰਾ ਵਾਰ ਬਹੁਤ ਵਾਰੀ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ 'ਤੇ, ਉਹ ਤੋਂ ਬਾਅਦ ਸਾਰੀ ਦੁਨੀਆ ਇਹ ਕਹਿੰਦੀ ਸੀਗੀ ਕਿ ਅਕਾਲੀ ਦਲ ਤਾਂ ਹੁਣ ਖਤਮ ਹੋ ਗਿਆ, ਬਿਕੋਜ਼ ਹੁਣ ਤਾਂ ਜੇ ਕੋਈ ਅੱਗੇ ਆਊਗਾ ਵੀ ਤਾਂ ਉਹ ਗਰਮ ਦਲੀਏ ਆਊਗਾ, ਕੋਈ ਇੱਦਾਂ ਹੋਏਗਾ ਕਿ ਜੀ ਇਹ ਤਾਂ ਖਤਮ ਹੋ ਗਿਆ। ਲੇਕਿਨ ਉਹ ਪੰਥਕ ਜਜ਼ਬੇ ਨਾਲ ਹੀ ਸ਼੍ਰੋਮਣੀ ਦਲ ਅਕਾਲੀ ਦਲ ਫਿਰ ਉੱਭਰਿਆ, ਔਰ ਹੁਣ ਵੀ ਜੇ ਕੋਈ ਵੀ ਚੈਲੰਜ ਆਏਗਾ, ਹੁਣ ਵੀ ਆਏਗਾ, ਤਾਂ ਉਹਨੂੰ ਉੱਭਰਨ ਦਾ ਇੱਕੋ ਇੱਕ ਰਸਤਾ ਹੈ, ਔਰ ਉਹ ਹੈਗਾ ਪੰਥਕ ਜਜ਼ਬਾ। ਔਰ ਪੰਥਕ ਜਜ਼ਬੇ ਦਾ ਮੈਂ ਇਹ ਸਮਝਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪ੍ਰੇਰਨਾ ਲੈ ਕੇ ਸਭੇ ਸਾਂਝੀ ਵਾਰਸ ਦਾਇਨ ਵਾਲਾ ਮੈਸੇਜ ਲੈ ਕੇ, ਸਰਬੱਤ ਦੇ ਭਲੇ ਦਾ ਮੈਸੇਜ ਲੈ ਕੇ, ਸਮੁੱਚੀ ਮਾਨਵਤਾ ਦੀ ਸੇਵਾ ਦੇ ਲਈ ਉਸ ਸੋਮੇ ਤੋਂ ਜਜ਼ਬਾ ਲੈ ਕੇ, ਅਕਾਲ ਤਖਤ ਸਾਹਿਬ ਤੋਂ ਜਜ਼ਬਾ ਲੈ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜਜ਼ਬਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਉੱਠੇਗਾ। ਜਿਵੇਂ ਬਾਦਲ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਇੱਕ ਸਦੀ ਦਾ ਅੰਤ ਹੋ ਗਿਆ। ਬਹੁਤ ਕੁਝ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਪਿੰਡੇ 'ਤੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਹੰਢਾਈਆਂ, ਵੱਖ-ਵੱਖ ਮੋਰਚਿਆਂ ਦੇ ਵਿੱਚ ਹਿੱਸਾ ਲੈਂਦੇ ਰਹੇ। ਪਰ ਅਸੀਂ ਚਾਹਾਂਗੇ ਕਿ ਜਾਂਦੇ ਜਾਂਦੇ ਵੀ ਤੁਸੀਂ ਇਹ ਸਾਡੇ ਦਰਸ਼ਕਾਂ ਦੇ ਨਾਲ ਵਾਅਦਾ ਕਰੋ ਵੀ ਉਹਨਾਂ ਦੇ ਕਿੱਸੇ ਜਿਹੜੇ ਨੇ, ਉਹ ਯਾਦਾਂ ਜਿਹੜੀਆਂ ਨੇ, ਉਹਨੂੰ ਇਮਾਨਦਾਰੀ ਦੇ ਨਾਲ ਤੁਸੀਂ ਕਲਮਬੰਦ ਕਰਕੇ ਕਿਤਾਬ ਦਾ ਰੂਪ ਜਿਹੜਾ ਜ਼ਰੂਰ ਦਿਓਗੇ। ਨਹੀਂ ਦੇਖੋ ਬਿਲਕੁਲ ਸਹੀ ਹੈ ਗੱਲ ਤੁਹਾਡੀ। ਉਹ ਮੈਂ ਜਿਹੜਾ ਹੈ ਬਾਦਲ ਸਾਹਿਬ ਦੀਆਂ ਜਿਹੜੀਆਂ ਜਿੰਨੀਆਂ ਵੀ ਜਿੰਨਾ ਮੈਨੂੰ ਪਤਾ, ਮੇਰਾ ਮਤਲਬ ਜੀ, ਜਿੰਨਾ ਮੈਨੂੰ ਪਤਾ, ਜੋ ਮੈਂ ਦੇਖਿਆ, ਇੱਕ ਇਤਿਹਾਸ ਮੈਂ ਆਪਣੇ ਸਾਹਮਣੇ ਵਾਪਰਦਾ ਦੇਖਿਆ, ਲਗਭਗ ਅੱਧੀ ਸਦੀ ਦੇ ਕਰੀਬ ਤਾਂ ਮੈਂ ਹੀ ਦੇਖਿਆ। ਤਾਂ ਉਹ ਸਾਰਾ ਜੋ ਮੇਰੇ ਸਾਹਮਣੇ ਚੱਲਿਆ, ਸਾਰਾ ਕੁਛ ਵਰਤਾਰਾ, ਉਹਦੇ ਉੱਤੇ ਪੂਰੀ ਇਮਾਨਦਾਰੀ ਨਾਲ, ਇਸ ਕਰਕੇ ਕਿ ਇਮਾਨਦਾਰੀ ਨਾਲ ਹੀ ਜਿਹੜੀ ਗੱਲ ਅਸਲ ਦੇ ਵਿੱਚ ਹੈ ਨਾ, ਉਹ ਇਮਾਨਦਾਰੀ ਸ਼੍ਰੋਮਣੀ ਅਕਾਲੀ ਦਲ ਦੇ ਪੱਖ 'ਚ ਭੁਗਤ ਰਹੀ ਹੈ ਜੀ। ਤਾਂ ਉਹਨੂੰ ਹੀ ਉਭਾਰਨਾ, ਇੱਕ ਜਿਹੜਾ ਸਾਰੀਆਂ ਡਿਟੇਲਸ ਲੈ ਕੇ ਬਾਦਲ ਸਾਹਿਬ ਦੀ ਜ਼ਿੰਦਗੀ ਦੇ ਉੱਤੇ ਸਾਰਿਆਂ ਦਾ ਸਹਿਯੋਗ ਲੈ ਕੇ, ਜਿਹੜੇ ਸੀਨੀਅਰ ਲੀਡਰ ਸਾਹਿਬਾਨ ਨੇ, ਚਾਹੇ ਸਾਡੇ ਤੋਂ ਅਲੱਗ ਵੀ ਹੁਣ ਕੋਈ ਗੱਲ ਨਹੀਂ, ਉਹ ਲੇਕਿਨ ਬਾਦਲ ਸਾਹਿਬ ਦੇ ਨਾਲ ਬਹੁਤ ਲੰਬਾ ਅਰਸਾ ਕੀਤਾ, ਸਾਰੇ ਸਤਿਕਾਰ ਵਾਲੇ ਨੇ,
ਢੀਂਡਸਾ ਸਾਹਿਬ ਨੇ ਜਾਂ ਇਸ ਤਰ੍ਹਾਂ ਹੋਰ ਲੋਕ ਨੇ, ਜਿੰਨੇ ਵੀ ਲੋਕ ਜਿਨ੍ਹਾਂ ਨੇ ਲੰਬਾ ਸਮਾਂ ਇਹਨਾਂ ਨਾਲ ਬਾਦਲ ਸਾਹਿਬ ਨਾਲ ਕੰਮ ਕੀਤਾ, ਉਹਨਾਂ ਤੋਂ ਲੈ ਕੇ ਜਾਂ ਪਲੱਸ ਜੋ ਮੈਂ ਆਪ ਜਾਣਦਾ, ਪਲੱਸ ਦੂਜੀਆਂ ਪਾਰਟੀਆਂ ਵਿੱਚ ਵੀ ਲੋਕ ਇੱਦਾਂ ਦੇ ਬੈਠੇ ਨੇ ਜਿਹੜੇ ਬਾਦਲ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਨੇ, ਉਹਨਾਂ ਨਾਲ ਵੀ ਕੋਈ ਤਜਰਬਾ ਰਿਹਾ ਹੋਵੇ, ਉਹ ਸਾਰਾ ਮੈਂ ਚਾਹੂੰਗਾ ਵੀ ਇੱਕ ਤਰ੍ਹਾਂ ਉਹਨੂੰ ਸਮੇਟ ਕੇ ਇੱਕ ਥਾਂ ਦੇ ਉੱਤੇ ਉਹ ਜਿਹੜੇ ਮੋਤੀ ਨੇ ਉਹਨੂੰ ਇੱਕ ਮਾਲਾ ਦੇ ਵਿੱਚ ਪਰੋਇਆ ਜਾਵੇ। ਬੈਂਸ ਸਾਹਿਬ, ਤਮਾਮ ਗੱਲਬਾਤ ਦੇ ਲਈ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਦਾ ਅਨਮਿਊਟ ਦੇ ਸਟੂਡੀਓ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ ਜੀ। ਸੋ ਇਹ ਸੀਗੇ ਹਰਚਰਨ ਬੈਂਸ, ਜਿਨ੍ਹਾਂ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜੀਵਨ ਨਾਲ ਜੁੜੀਆਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ। ਜਦੋਂ ਇਨਸਾਨ ਦੁਨੀਆ ਤੋਂ ਤੁਰ ਜਾਂਦਾ ਤਾਂ ਇਹ ਚਾਹੀਦਾ ਕਿ ਉਹਦੇ ਗੁਣਾਂ ਦੀ ਗੱਲ ਹੀ ਜਿਹੜੀ ਉਹ ਸਾਹਮਣੇ ਕਰਨੀ ਚਾਹੀਦੀ ਹੈ, ਉਹ ਕਿਉਂਕਿ ਗੁਣਾਂ ਹੀ ਜਿਹੜੀ ਹੈ, ਗੁਰਬਾਣੀ ਵੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਗੁਣਾਂ ਦੀ ਸਾਂਝ ਜਿਹੜੀ ਹੈ ਉਹੀ ਕਰਨੀ ਚਾਹੀਦੀ ਹੈ, ਗੁਣ ਹੀ ਸਾਨੂੰ ਅਡੋਪਟ ਕਰਨੇ ਚਾਹੀਦੇ ਹੈ। ਸੋ ਸਾਡਾ ਇਹ ਗੱਲਬਾਤ ਕਰਨ ਦਾ ਮਕਸਦ ਇਹੀ ਸੀਗਾ ਕਿ ਬਾਦਲ ਸਾਹਿਬ ਇੱਕ ਸਦੀ ਜਿਹੜੀ ਹੈ, ਬਹੁਤ ਲੰਮਾ ਤਜਰਬਾ ਸੀ, ਅੱਜ ਦੀ ਸਿਆਸਤ ਦੇ ਲਈ ਬਹੁਤ ਵੱਡੀ ਇੱਕ ਸਿੱਖਿਆ ਵੀ ਹੈਗੀ ਹੈ ਕਿ ਕਿਵੇਂ ਠਰੰਮੇ ਦੇ ਨਾਲ ਸਿਆਸਤ ਕਰੀ ਜਾਣੀ ਚਾਹੀਦੀ ਹੈ। ਕਿਉਂਕਿ ਅੱਜ ਅਸੀਂ ਸਿਆਸਤ ਦੇ ਵਿੱਚ ਦੇਖਦੇ ਹਾਂ ਕਿ ਗਰਮ ਖਿਆਲੀ ਬਹੁਤ ਤਰੀਕੇ ਨਾਲ ਟਵੀਟ ਕਰਦੇ ਆ ਤਾਂ ਨਾਲ ਦੀ ਨਾਲ 15 ਮਿੰਟ ਦੇ ਬਾਅਦ ਜੇ ਦੂਜਾ ਲੀਡਰ ਜਿਹੜਾ ਉਹ ਟਵੀਟ ਦਾ ਜਵਾਬ ਦੇ ਦਿੰਦਾ। ਸੋ ਬਾਦਲ ਸਾਹਿਬ ਜਿਹੜੇ ਨੇ ਠਰੰਮੇ ਵਾਲੇ ਲੀਡਰ ਸੀ। ਅਜਿਹੀ ਠਰੰਮਾ ਜਿਹੜਾ ਹੈਗਾ ਉਹ ਪੰਜਾਬ ਦੇ ਸਿਆਸਤਦਾਨਾਂ ਦੇ ਵਿੱਚੋਂ ਅਲੋਪ ਹੈ। ਸੋ ਚੰਗੇ ਗੁਣ ਜਿਹੜੇ ਨੇ ਅਡੋਪਟ ਕਰਨੇ ਚਾਹੀਦੇ ਹੈ। ਬੈਂਸ ਸਾਹਿਬ ਨੇ ਕਿਹਾ ਕਿ ਜ਼ਰੂਰ ਕਿਤਾਬ ਜਿਹੜੀ ਹੈ ਬਾਦਲ ਸਾਹਿਬ ਨਾਲ ਜੁੜੀਆਂ ਯਾਦਾਂ ਜਿਹੜੀਆਂ ਨੇ, ਹੋਰ ਸਹਿਯੋਗੀਆਂ ਦੀ ਮਦਦ ਲੈ ਕੇ ਉਹ ਕਿਤਾਬ ਜਿਹੜੀ ਹੈ ਜ਼ਰੂਰ ਲਿਖਣ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਇਹ ਸਾਰੀ ਗੱਲਬਾਤ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਸਾਨੂੰ ਦਿਓ ਇਜਾਜ਼ਤ, ਧੰਨਵਾਦ।